ਇਹ ਸਰਕਾਰ ਖਾਲਸਾ ਦੀ ਇੱਕ ਸਰਹੱਦੀ ਚੌਂਕੀ ਹੁੰਦੀ ਸੀਗੀ। ਇਸ ਚੌਂਕੀ ਦੇ ਉੱਤੇ ਅਸ਼ਟ ਧਾਤੂ ਦੀ ਜਿਹੜੀ ਇੱਕ ਲੱਠ ਰਹੀ, ਉਸ ਜਗ੍ਹਾ ਦੀ ਨਿਸ਼ਾਨਦੇਹੀ ਸੰਬੰਧੀ 20 ਸਾਲ ਤੋਂ ਮੈਂ ਸੁਣਦਾ ਆਇਆ। ਥੋੜ੍ਹਾ ਬਹੁਤ ਕਾਫੀ ਵਾਰ ਯਤਨ ਹੋਏ ਨੇ ਇਹ ਜਗ੍ਹਾ ਗੁਰੂ ਖਾਲਸਾ ਪੰਥ ਦੇ ਪ੍ਰਬੰਧ ਹੇਠ ਆਏ ਉਹਦੇ ਲਈ। ਕੋਈ ਕਿਸੇ को राज ना दे है, जो ले है निज बल से ले है। राज बिना ना धर्म चले है, धर्म बिना सब दले मरे है। ਤੇ ਰਾਜ ਰਿਹਾ ਪੱਥਰ ਲਾਉਣ ਦਾ ਰਾਜ ਰਿਹਾ। ਆ ਮੈਂ ਬਾਬਿਆਂ ਨੂੰ ਬੇਨਤੀ ਕਰਾਂ, ਅੱਜ ਕਿਸੇ ਗੁਰਦੁਆਰੇ ਦੀ ਕਾਰ ਸੇਵਾ ਦਿਓ ਤੇ ਹਸਕਦੀ ਇਹਨਾਂ ਨੂੰ ਮਿੰਟ 'ਚ ਉੱਥੇ ਜਾ ਕੇ ਟੈਂਡਰ ਭਰਨ ਨੂੰ ਚੱਲ ਜਾਂਦੇ ਆ। ਆਹ ਟੈਂਡਰ ਕਿਸੇ ਨੂੰ ਨਹੀਂ ਲੱਭਾ ਇਹਨਾਂ ਨੂੰ ਆਹ ਟੈਂਡਰ ਕਹਿੰਦਾ ਸਰ। ਫਿਰ ਤੁਸੀਂ ਆ ਕੇ ਤੇ ਬਾਬੇ ਲੰਮੇ ਚੋਲੇ ਪਾ ਕੇ ਤੇ ਭੈੜੇ ਕੁੜਤੀਆਂ ਪਾ ਕੇ ਤੇ ਲੋਕਾਂ ਦੀਆਂ ਕਣਕਾਂ ਲੈ ਕੇ ਤੇ ਝੋਨੇ ਲੈ ਕੇ ਤੇ ਤੁਰੇ ਫਿਰਦੇ ਜੇ। ਤੁਹਾਨੂੰ ਇਹ ਨਹੀਂ ਲੱਗਦਾ ਵੀ ਆ ਵੀ ਖਾਲਸਾ ਦੀ ਕੋਈ ਵਿਰਾਸਤ ਹੈਗੀ ਜਿਹਨੂੰ ਅਸੀਂ ਸਾਹਮਣਾ ਸਿਰਫ ਸਾਹਮਣਾ ਕਿਨੂੰ ਆ ਗੁਰਦੁਆਰੇ ਦੀ ਕਾਰ ਸੇਵਾ ਦਿਓ। ਉੱਥੇ ਸੰਗਤ ਤੇ ਬੀਬੀਆਂ ਆ ਜਾਂਦੀਆਂ ਭਾਂਡੇ ਮਾਂਜਣ ਲਈ, ਸਾਡੇ ਅੱਗੇ ਤਲਸੇ ਚੁੱਕਣ ਵਾਸਤੇ ਮਾਈਕ ਘਰਾਂ ਦੇ ਵਿੱਚ ਰੱਖੇ ਆ, ਜਾ ਕੇ ਤਸਲੇ ਚੁੱਕਦੇ ਫਿਰਦੇ ਆਉਣਾ ਦੇ। ਮੈਂ ਇਸ ਕਮੇਟੀ ਨੂੰ ਕਹਿਣਾ ਸਾਨੂੰ ਹੁਕਮ ਕਰੋ। ਮੈਂ ਕੱਲ ਗਵਰਨਰ ਤੋਂ ਟਾਈਮ ਲੈ ਸਕਦਾ, ਮੈਂ ਕੱਲ ਮਿਨਿਸਟਰੀ ਆਫ ਡਿਫੈਂਸ ਕੋਲੇ ਰਾਜਨਾਥ ਸਿੰਘ ਕੋਲੇ ਜਾ ਸਕਦਾ, ਜਿੱਥੇ ਮਹਾਰਾਜਾ ਸਾਹਿਬ ਦੀ ਸ਼ਾਨੋ ਸ਼ੌਕਤ ਖਾਲਸਾ ਰਾਜ ਦਾ ਜਾਹੋ ਜਲਾਲ ਰਿਸਟੋਰ ਕਰਨਾ ਹੈ। ਉਹਦੇ ਤੇ ਕੋਈ ਸਮਝੌਤਾ ਨਹੀਂ, ਕੋਈ ਕੁਛ ਨਹੀਂ। ਆਲੇ ਦੁਆਲੇ ਆਪਾਂ ਜਿੰਨੀ ਮਰਜ਼ੀ ਜ਼ਮੀਨ ਲੈ ਕੇ ਇੱਥੇ ਅਕੈਡਮੀਆਂ ਬਣਾਈਏ, ਬਟ ਆ ਜਿਹੜਾ ਟਿੱਲਾ ਹੈ, ਆ ਜਿੰਨੀ ਜਗ੍ਹਾ ਹੈ ਨਿਸ਼ਾਨਦੇਹੀਆਂ ਕਰਾਈ ਜਾਓ, ਬਟ ਇਸ ਜਗ੍ਹਾ ਤੇ ਤਾਂ ਤੋਪਾਂ ਲਾ ਦਈਏ। ਇਹ ਮਸਲੇ ਦਾ ਹੱਲ ਵੀ ਆਪਾਂ ਇੱਕ ਮਿੰਟ 'ਚ ਦੱਸ ਦੇਣਾ ਕੀ ਹੋ ਸਕਦਾ ਜਿੰਨੀ ਕੁ ਬੁੱਧੀ। ਇਹ ਆਪਾਂ ਨੂੰ ਇੱਥੇ ਇਕੱਠੇ ਹੋਣਾ ਕਿਉਂ ਪਿਆ, ਆਪਾਂ ਇਹ ਭੁੱਲੇ ਕਿਉਂ। ਇਹ ਇੰਨੇ 9 ਏਕੜ ਜ਼ਮੀਨ ਤੇ ਇੰਨਾ ਤਕੜਾ ਵਿਰਸਾ, ਜਿਹੜਾ ਦੁਨੀਆ ਦੇ ਉੱਤੇ ਇੱਕ ਪਹਿਲਾ ਰਾਜ ਹੋਇਆ ਸ੍ਰਿਸ਼ਟੀ ਤੇ, ਕਿ ਲਤਿਊਰਾ ਵਰਗੇ ਫਰਾਂਸ ਤੋਂ, ਇਟਾਲੀਅਨ ਤੋਂ, ਸਪੇਨ ਤੋਂ, ਪੁਰਤਗਾਲ ਤੋਂ ਤਲਡੇ ਮਾਰਦੇ ਸਨ ਇੱਥੇ ਨੌਕਰੀ ਕਰਨ ਲਈ ਅਫਸਰ। ਮਹਾਰਾਜਾ ਰਣਜੀਤ ਸਿੰਘ ਦਰਬਾਰ ਤੋਂ ਨਿਕਲ ਰਿਹਾ ਤੇ ਮੋਰੇ ਮਾਂ ਤਵਾ ਲੈ ਕੇ ਖੜੀ ਆ, ਕਹਿੰਦੀ ਮੇਰੀ ਰੋਟੀ ਨਹੀਂ ਚੱਲਦੀ। ਉਹ ਕਹਿੰਦਾ ਕੱਪੜੇ ਕਾਲੇ ਕਰ ਦਿੱਤੇ। ਉਹ ਕਹਿੰਦੀ ਮੇਰੇ ਘਰ ਦੀ ਰੋਟੀ ਨਹੀਂ ਚੱਲਦੀ। ਇੱਕ ਤਵਾ ਹੀ ਮਤਲਬ ਸੀਗਾ, ਕਿਸੇ ਨੇ ਕਿਹਾ ਸਿੱਖ ਪਾਰਸ ਹੁੰਦੇ ਆ। ਉਹ ਕਹਿੰਦਾ ਦੇ ਦੋ ਤਵੇ ਦੇ ਬਰਾਬਰ ਸੋਨਾ ਤੋਲ ਕੇ ਦੇ ਦੋ ਮਾਈ ਨੂੰ। ਸੋ ਉਹਨਾਂ ਦੀਆਂ ਔਲਾਦਾਂ ਅਸੀਂ ਆ, ਅਸੀਂ ਦਾਨੀ ਆ, ਅਸੀਂ ਮੰਗਤੇ ਨਹੀਂ ਵੜਨਾ। ਇਹ ਸਰਕਾਰ ਖਾਲਸਾ ਦੀ ਇੱਕ ਸਰਹੱਦੀ ਚੌਂਕੀ ਹੁੰਦੀ ਸੀਗੀ। ਇਸ ਚੌਂਕੀ ਦੇ ਉੱਤੇ ਅਸ਼ਟ ਧਾਤੂ ਦੀ ਜਿਹੜੀ ਇੱਕ ਲੱਠ ਰਹੀ, ਉਸ ਜਗ੍ਹਾ ਦੀ ਨਿਸ਼ਾਨਦੇਹੀ ਸੰਬੰਧੀ 20 ਸਾਲ ਤੋਂ ਮੈਂ ਸੁਣਦਾ ਆਇਆ। ਥੋੜ੍ਹਾ ਬਹੁਤ ਕਾਫੀ ਵਾਰ ਯਤਨ ਹੋਏ ਨੇ ਇਹ ਜਗ੍ਹਾ ਗੁਰੂ ਖਾਲਸਾ ਪੰਥ ਦੇ ਪ੍ਰਬੰਧ ਹੇਠ ਆਏ ਉਹਦੇ ਲਈ। ਤੋਂ ਪਹਿਲੀ ਮੇਰੀ ਬੇਨਤੀ ਇਹ ਆ ਕਿ ਇਸ ਜਿਹੜੇ ਸਭ ਤੋਂ ਮੈਂ ਜਾਣਦਾ ਜਿਹੜੇ ਬੰਦੇ ਇਸ ਮਸਲੇ ਨਾਲ ਵਾਹ ਵਾਸਤਾ ਰਹੇ ਨੇ, ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ ਹੁੰਦੇ ਸੀਗੇ, ਖਾਲਸਾ ਕਾਲਜ ਪ੍ਰਿੰਸੀਪਲ, ਬੜਾ ਨਾਂ ਸੀਗਾ, ਅਜੀਬ ਸ਼ਖਸੀਅਤ ਸੀਗੇ, ਹੈ ਨਾ। ਹੁਣ ਤਾਂ ਉਹ ਨਹੀਂ ਰਹੇ, ਬਟ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਸ਼ੁਰੂ ਕਰਿਆ ਸੀਗਾ ਜਿੰਨੀ ਕੁ ਮੈਨੂੰ ਜਾਣਕਾਰੀ। ਤੋ ਕੁਛ ਪੋਲੀਟੀਸ਼ੀਅਨ ਵੀ ਰਹੇ ਸਾਰੇ ਮਸਲੇ 'ਚ। ਸੁਖਦੇਵ ਸਿੰਘ ਢੀਂਡਸਾ ਹੁਣੀ ਰਹੇ, ਮੇਰੇ ਖਿਆਲ ਜਥੇਦਾਰ ਸਾਹਿਬ ਉਹਨਾਂ ਦੀ ਪਾਰਟੀ 'ਚ ਹੀ ਅੱਜ ਕੱਲ੍ਹ ਸ਼ਾਇਦ। ਤੇ ਅਜੀਤ ਅਖਬਾਰ ਵੀ ਰਿਹਾ, ਕੁਛ ਆਰਟਿਸਟ ਰਹੇ, ਗੁਰਪ੍ਰੀਤ ਘੁੱਗੀ ਹੁਣੀ ਵੀ ਇਸ ਨਾਲ ਮਸਲੇ ਨਾਲ ਸੰਬੰਧਿਤ ਰਹੇ। ਮੰਡੀ ਬੋਰਡ ਜਿਹੜਾ ਪੰਜਾਬ ਰਾਜ ਮੰਡੀ ਬੋਰਡ ਹੈ, ਉਹਦੇ ਚੀਫ ਇੰਜੀਨੀਅਰ ਐਕਸ ਸੇਖੋਂ ਸਾਹਿਬ, ਜਿਨ੍ਹਾਂ ਨੇ ਕਾਫੀ ਵਿਰਾਸਤੀ ਇਮਾਰਤਾਂ ਬਣਾਈਆਂ ਨੇ। ਜਿਹੜਾ ਕਿਸਾਨ ਹਵੇਲੀ ਬਣਾਈ ਉਹਨਾਂ ਨੇ, ਚੱਪੜ ਚਿੜੀ ਵਾਲਾ ਜਿਹੜਾ ਸਮਾਰਕ ਬਣਾਇਆ, ਜਿਹੜਾ ਕੇਂਦਰੀ ਅਜਾਇਬ ਘਰ ਹੈ ਦਰਬਾਰ ਸਾਹਿਬ, ਉਹਦੀ ਇਮਾਰਤ ਵੀ ਦਾ ਡਿਜ਼ਾਈਨ ਵੀ ਸੇਖੋਂ ਸਾਹਿਬ ਦਾ ਹੀ ਤਿਆਰ ਕੀਤਾ ਹੋਇਆ। ਉਹ ਬੰਦੇ ਵੀ ਇਹ ਸਾਰੇ ਮਸਲੇ ਨਾਲ ਵਾਹ ਵਾਸਤਾ ਰਹੇ। ਉਸ ਤੋਂ ਬਾਅਦ ਮਾਨਦਲ ਦੇ ਜਥੇਦਾਰ ਇੱਥੇ ਬੈਠੇ ਨੇ, ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਵੀ ਇਸ ਸੰਬੰਧੀ ਇੱਥੇ ਪਹਿਲਾਂ ਕਾਰਵਾਈ ਕਰਦੇ ਰਹੇ। ਤਾਂ ਇੱਕ ਤਾਂ ਮੇਰੀ ਸਿਰਫ ਇੰਨੀ ਕੀ ਗੁਜ਼ਾਰਿਸ਼ ਹੈ ਕਿ ਜਿਹੜੇ ਪਹਿਲਾਂ ਸੱਜਣ ਇਸ ਸਾਰੇ ਮਸਲੇ ਨਾਲ ਵਾਹ ਵਾਸਤਾ ਰਹੇ, ਕੁਛ ਇਸ ਜਹਾਨ 'ਚ ਰਹੇ ਨਹੀਂ ਰਹੇ, ਕੁਛ ਪਿੱਛੇ ਹਟ ਗਏ, ਉਹਨਾਂ ਦਾ ਇਸ ਸੰਬੰਧੀ ਕਿਆ ਤਜਰਬਾ ਹੈ ਉਹ ਵੀ ਜ਼ਰੂਰ ਜਾਣਨਾ ਚਾਹੀਦਾ ਆਪਾਂ ਨੂੰ। ਦੂਸਰੀ ਬੇਨਤੀ ਮੇਰੀ ਇਹ ਆ ਕਿ ਜੇ 9 ਏਕੜ ਜਗ੍ਹਾ ਮਾਲ ਮਹਿਕਮੇ ਦੇ ਰਿਕਾਰਡ 'ਚ ਬੋਲਦੀ ਆ, ਤਾਂ ਮਹਾਰਾਜ ਬਖਸ਼ਿਸ਼ ਕਰਨ, ਆਪਾਂ ਸਬਰ ਸੰਤੋਖ ਦੇ ਨਾਲ, ਸਿਦਕ ਦੇ ਨਾਲ ਇੱਥੇ ਸੰਘਰਸ਼ ਕਰੀਏ। ਤੇ ਜੇ ਮਾਲ ਮਹਿਕਮੇ 'ਚ ਜਗ੍ਹਾ ਹੈਗੀ ਹੈ ਤੇ ਫਿਰ ਕੋਈ ਰੋਕ ਨਹੀਂ ਸਕਦਾ, ਤਾਂ ਉਹ ਆਪਾਂ ਲੈ ਲੈਣੀ ਹੈ। ਫਿਰ
तो वो जो जगह आती है तो उस बाद जिस तरह पहला इन्होंने पूछा कि करना क्या चाहिए, तो मेरी तो ये बेनती है कि सब तो पहले म्यूजियम बनाना चाहिए इत्थे। जे म्यूजियम बनदा तो ਜਿਹੜਾ ਮਿਸਲਾਂ ਦਾ ਰਾਜ ਰਿਹਾ ਜਾਂ ਸਿੱਖ ਰਾਜ ਰਿਹਾ ਉਹਦੇ ਨਾਲ ਸੰਬੰਧਿਤ ਅਸੀਂ ਪੰਥ ਸੇਵਕ ਜਥਾ ਦੁਆਬਾ ਵੱਲੋਂ ਕਮਿਟਮੈਂਟ ਕਰਦੇ ਹਾਂ ਕਿ 20 ਪੇਂਟਿੰਗਸ ਜਿਹੜੀਆਂ ਹੈਗੀਆਂ ਉਹ ਅਸੀਂ ਜਿਹੜੀਆਂ ਉਹ ਇਸ ਮਿਊਜ਼ੀਅਮ ਦੇ ਲਈ ਪ੍ਰਬੰਧ ਕਰਕੇ ਦੇਵਾਂਗੇ। ਸਾਡੇ ਜਥੇਦਾਰੀ ਸਿੰਘ ਹੈਗੇ ਜਿਹੜੇ ਬਹੁਤ ਚੰਗੇ ਆਰਟਿਸਟ ਹੈਗੇ ਆ, ਜਾਂ ਹੋਰ ਵੀ ਜਿਹੜੀਆਂ ਸਿੱਖ ਰਾਜ ਨਾਲ ਸੰਬੰਧਿਤ ਪੇਂਟਿੰਗ ਹੋਣੀਆਂ, ਕਿਉਂਕਿ ਇਤਿਹਾਸ ਸਿੱਖਾਂ ਦਾ ਬਹੁਤ ਜ਼ਿਆਦਾ। ਇੱਥੇ ਆਪਾਂ ਨੂੰ ਸਿੱਖ ਰਾਜ ਨਾਲ ਸੰਬੰਧਿਤ ਜਿਹੜੀਆਂ ਪੇਂਟਿੰਗ ਜਾਂ ਨਿਸ਼ਾਨੀਆਂ ਜਾਂ ਚੀਜ਼ਾਂ ਉਹਨਾਂ ਦਾ ਇੱਕ ਮਿਊਜ਼ੀਅਮ ਬਣਾਉਣਾ ਚਾਹੀਦਾ। ਸੋ ਤੀਜੀ ਮੇਰੀ ਬੇਨਤੀ ਇਹ ਹੈ ਕਿ ਜਿਹੜਾ ਨਿਸ਼ਾਨਦੇਹੀ ਦਾ ਪ੍ਰੋਸੈਸ ਹੈਗਾ ਉਹ ਮਾਲ ਮਹਿਕਮੇ ਰਾਹੀਂ ਦੇ ਹੋਣਾ। ਤੋ ਰਣਜੀਤ ਸਿੰਘ ਪਟਿਆਲ ਹੁਣੀ ਜਿਹੜੇ ਮੋਹਰੇ ਅੱਗੇ ਲੱਗੇ ਨੇ, ਇਹ ਅੱਗੇ ਲੱਗਣ। ਮਹਾਰਾਜ ਦਾ ਹੁਕਮ ਹੈ ਕਿ ਗੁਰਸਿੱਖਾਂ ਤੇ ਵਿਸ਼ਵਾਸ ਕਰਨਾ, ਇਹਨਾਂ ਤੇ ਵਿਸ਼ਵਾਸ ਰੱਖ ਕੇ ਅਸੀਂ ਅੱਜ ਇੱਥੇ ਆਏ ਹਾਂ। ਇਹ ਅੱਗੇ ਲੱਗ ਕੇ ਚੱਲਣ, ਇੱਕ WhatsApp ਦਾ ਗਰੁੱਪ ਬਣਾ ਲੈਣ। ਕੋਈ ਮੈਨੂੰ ਨਹੀਂ ਲੱਗਦਾ ਹੈ ਕੋਈ ਛੋਟੀ ਕਮੇਟੀ ਬਣਾਉਣ ਦੀ ਲੋੜ ਹੈ, ਸਾਰਿਆਂ ਨੂੰ ਹੀ ਵਿੱਚ ਲੈਣਾ ਚਾਹੀਦਾ ਤੇ ਹਰੇਕ ਵਾਰੀ ਸਾਰਿਆਂ ਨੂੰ ਹੀ ਸੱਦਣਾ ਚਾਹੀਦਾ। ਇਹ ਐਸਾ ਕੰਮ ਹੈ ਜਿਹੜਾ ਇੱਕ ਦਿਨ ਜਾਂ ਇੱਕ ਕਾਨਫਰੰਸ ਜਾਂ 3 ਘੰਟੇ ਜਾਂ 5 ਘੰਟੇ 'ਚ ਨਹੀਂ ਪੂਰਾ ਹੋਣ ਵਾਲਾ ਹੈ। ਇਹ ਲਗਾਤਾਰ ਇੱਕ ਲੰਬਾ ਪ੍ਰੋਸੈਸ ਹੈ ਤੇ ਇਸ ਪ੍ਰੋਸੈਸ ਦੇ ਵਿੱਚੋਂ ਜਿਹੜੇ ਬੰਦੇ ਇਹਦੇ ਵਿੱਚ ਕੰਮ ਪਾਣਗੇ, ਆਪਾਂ ਸਰੋਪੇ ਤਾਂ ਰਹਿਣ ਦਈਏ, ਮੇਰੇ ਖਿਆਲ 'ਚ ਆਪਾਂ ਕੁਝ ਕਰਿਆ ਤਾਂ ਹੈ ਨਹੀਂ। ਸਰੋਪੇ ਤਾਂ ਕਿਸੇ ਪ੍ਰਾਪਤੀ ਤੋਂ ਬਾਅਦ ਹੋਣੇ ਚਾਹੀਦੇ, ਮਾਤਾ ਜੀ ਹੁਣਾਂ ਨੂੰ ਦੇਣੇ ਚਾਹੀਦੇ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਨੇ। ਸੋ ਮੈਨੂੰ ਲੱਗਦਾ ਕਿ ਬੰਦਿਆਂ ਨੂੰ ਪੁੱਛ ਲੈਣਾ ਚਾਹੀਦਾ ਕਾਗਜ਼ ਭੇਜ ਕੇ, ਜਿਹੜੇ ਬੰਦੇ ਸਦਾ ਹਾਜ਼ਰ ਹੈ ਉਹੀ ਬੰਦੇ ਆਪਣਾ WhatsApp ਗਰੁੱਪ ਦੇ ਵਿੱਚ ਨਾਂ ਲਿਖਾਣ ਤੇ ਉਹ ਇੱਕ ਗਰੁੱਪ ਬਣਾ ਕੇ ਸਾਰਿਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇਹ ਜਿਹੜਾ ਕਾਰਜ ਅੱਗੇ ਲੈ ਕੇ ਜਾਣਾ ਪੈਣਾ। ਤੋ ਇੱਕ ਆਖਰੀ ਬੇਨਤੀ ਮੇਰੀ ਇਹ ਆ ਕਿ ਗੁਰੂ ਖਾਲਸਾ ਪੰਥ ਦੇ ਇਤਿਹਾਸ ਦੇ ਨਾਲ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਬੇਸ਼ੁਮਾਰ ਸਥਾਨ ਨੇ ਜਿਨ੍ਹਾਂ ਦਾ ਪ੍ਰਬੰਧ ਸਿੱਖਾਂ ਕੋਲ ਹੈ। ਉਹ ਕੋਈ ਸ਼੍ਰੋਮਣੀ ਕਮੇਟੀ ਕੋਲ ਵੀ ਹੈ, ਕੋਈ ਸੰਪਰਦਾਵਾਂ ਕੋਲ ਵੀ ਹੈ, ਕੋਈ ਨਿਹੰਗ ਦਲਾਂ ਕੋਲ ਵੀ ਹੈ। ਪਹਿਲਾਂ ਨਹੀਂ ਮੈਨੂੰ ਪਤਾ ਕਿ ਉਹ ਕਿਸ ਤਰ੍ਹਾਂ ਪ੍ਰਬੰਧ ਚੱਲਦਾ ਸੀਗਾ, ਪਰ ਅੱਜ ਪ੍ਰਬੰਧ ਦੀ ਇੱਕ ਬਹੁਤ ਵੱਡੀ ਸਮੱਸਿਆ ਆ ਗਈ ਆ ਕਿ ਜਿਹੜੀ ਪ੍ਰਬੰਧਕ ਕਮੇਟੀ ਹੁੰਦੀ ਆ ਉਹ ਉਸ ਜਗ੍ਹਾ ਦੀ ਮਾਲਕ ਦੇ ਤੌਰ ਤੇ ਪੇਸ਼ ਆਉਂਦੀ ਹੈ। ਹਾਲਾਂਕਿ ਮਾਲਕ ਗੁਰੂ ਖਾਲਸਾ ਪੰਥ ਹੈ, ਕਮੇਟੀ ਦਾ ਪ੍ਰਬੰਧ ਕਰਨਾ ਹੁੰਦੀ ਆ, ਉਹਨੇ ਸਾਰਿਆਂ ਨੂੰ ਇੱਕ ਬਰਾਬਰ ਉੱਥੇ ਜੀ ਆਇਆਂ ਕਹਿਣਾ ਹੁੰਦਾ। ਤੋ ਆਪਣੇ ਲਈ ਜਦੋਂ ਆਪਾਂ ਇਹ ਕਾਰਜ ਕਰ ਰਹੇ ਹਾਂ, ਕਿਉਂਕਿ ਆਪਣੇ ਵਿੱਚ ਕੋਈ ਅਹੁਦਿਆਂ ਵਾਲੇ ਬੰਦੇ ਨਹੀਂ ਹਨ, ਕੋਈ ਸ਼੍ਰੋਮਣੀ ਕਮੇਟੀ ਨਹੀਂ ਹੈ, ਕੋਈ ਸੰਪਰਦਾਵਾਂ ਵਾਲੇ ਨਹੀਂ ਹੈ ਜਾਂ ਕੋਈ ਹੋਰ ਸੰਸਥਾਵਾਂ ਵਾਲੇ ਨਹੀਂ ਹੈ, ਤੋ ਆਪਾਂ ਨੂੰ ਕੋਈ ਇੱਕ ਐਸਾ ਮਾਡਲ ਵੀ ਉਸਾਰਨ ਦੀ ਲੋੜ ਹੈ ਜਿਹਦੇ ਵਿੱਚ ਇਹ ਜਗ੍ਹਾ ਵਾਕਿਆ ਹੀ ਸਾਰੇ ਪੰਥ ਨੂੰ ਲੱਗੇ ਕਿ ਇਹ ਸਾਡੀ ਸਾਂਝੀ ਹੈ, ਨਾ ਕਿ ਕਿਸੇ ਇੱਕ ਧੜੇ ਜਾਂ ਇੱਕ ਸੰਸਥਾ ਜਾਂ ਇੱਕ ਸੰਪਰਦਾ ਦੀ ਹੋਏ। ਐਸਾ ਪ੍ਰਬੰਧ ਉਸਾਰਨ ਦੇ ਲਈ ਵੀ ਆਪਾਂ ਨੂੰ ਇੱਕ ਮਾਡਲ ਪੇਸ਼ ਕਰਨ ਦੀ ਲੋੜ ਹੈ। ਮਹਾਰਾਜ ਕਿਰਪਾ ਕਰਨ। ਸਿੰਘ ਦੱਸਦਾ ਕਿ ਬਾਜ ਆਇਆ ਤੇ ਉਹਦਾ ਸਿੱਖਾਂ 'ਚ ਬਾਜ ਜਿੱਤ ਦੀ ਨਿਸ਼ਾਨੀ ਹੁੰਦੀ ਹੈ। ਮਹਾਰਾਜ ਕਿਰਪਾ ਕਰਨਗੇ। ਬਾਕੀ ਜਿੰਨੇ ਜੋਗੇ ਹੈਗੇ ਆ ਹਾਜ਼ਰ ਹਨ ਸਦਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੀ ਨੌਕਰੀ ਛੱਡ ਕੇ ਬਹੁਤ ਸਮਾਂ ਕੰਮ ਕੀਤਾ, ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ। ਬਹੁਤ ਵਧੀਆ ਬੁਲਾਰੇ ਵੀ ਹਨ, ਬਹੁਤ ਜਨਰਲ ਨੌਲੇਜ ਵੀ ਰੱਖਦੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਦੇ ਰੂਬਰੂ ਹੋਣ। ਬਹੁਤ ਹੀ ਸਤਿਕਾਰਯੋਗ ਸਟੇਜ ਉੱਤੇ ਵਿਰਾਜਮਾਨ, ਇੱਕ ਵੱਡੀ ਮੁਹਿੰਮ ਤੇ ਵੱਡੇ ਸੁਪਨੇ ਨੂੰ ਲੈ ਕੇ ਬੈਠੇ ਸਾਡੇ ਆਗੂ ਸਹਿਬਾਨ ਅਤੇ ਸਾਹਮਣੇ ਪੰਡਾਲ ਦੇ ਵਿੱਚ ਬਹੁਤ ਹੀ ਸੰਜੀਦਾ ਤੇ ਬਹੁਤ ਹੀ ਸੂਝਵਾਨ ਸਰੋਤਿਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲੀ ਵਾਰ ਇਸ ਜਗ੍ਹਾ ਤੇ ਆਇਆ। ਪੰਜਾਬ ਦਾ ਤਕਰੀਬਨ 2000 ਪਿੰਡ ਜਿਹੜਾ ਹੈਗਾ ਮੈਂ ਪਿਛਲੇ 6 ਸਾਲਾਂ ਦੇ ਵਿੱਚ ਗਾਇਆ, ਔਰ ਜਦੋਂ ਤੋਂ ਮੈਂ ਇੱਥੇ ਆਇਆ ਇੱਕ ਵੱਖਰੀ ਤਰ੍ਹਾਂ ਦਾ ਅਨੁਭਵ ਜਿਹੜਾ ਤੁਸੀਂ ਵੀ ਸਾਰੇ ਦਿਲਾਂ 'ਚ ਲੈ ਕੇ ਬੈਠੇ ਹੋ, ਉਸੇ ਦੇ ਵਿੱਚੋਂ ਹੀ ਮੈਂ ਵੀ ਲੰਘ ਰਿਹਾ। ਕਾਰਜ ਕਿੱਡਾ ਵੱਡਾ ਹੈ, ਨਿਸ਼ਾਨਾ ਕਿੱਡਾ ਜ਼ਬਰਦਸਤ ਹੈ ਤੇ ਉਹਦੇ ਸੰਬੰਧੀ ਪਹੁੰਚ ਸਾਡੀ ਕਿੱਡੀ ਪੇਤਲੀ ਹੈ। ਅਸੀਂ ਛੋਟੀਆਂ ਗੱਲਾਂ ਤੇ ਬਹਿਸ ਕਰ ਰਹੇ ਹਾਂ। ਇਹ ਬੇਹੱਦ ਅਫਸੋਸਨਾਕ ਗੱਲ ਹੈ। ਆਪਾਂ ਪਹਿਲਾਂ ਇਹਨੂੰ ਛੱਡੀਏ।
बाकी भाई मनतीर सिंह होरां ने इस पवित्र सोच ते इस पवित्र जगह दे नाल जुड़ियां होईयां शख्सियतां दा जिक्र कीता है। मेरा ख्याल है कि ਜਿਹੜੇ ਲੋਕ ਉਹਨਾਂ ਚੋਂ ਜਿਉਂਦੇ ਨੇ ਸਾਨੂੰ ਬਿਲਕੁਲ ਉਹਨਾਂ ਦੇ ਕੋਲੇ ਜਾਣਾ ਚਾਹੀਦਾ ਹੈ। ਅੱਜ ਭਾਈ ਰਣਜੀਤ ਸਿੰਘ ਹੋਰਾਂ ਨਾਲ ਗੱਲ ਕਰਾਂਗੇ, ਜਿੰਨਿਆਂ ਨੂੰ ਅਸੀਂ ਮਿਲ ਸਕਦੇ ਹੋਏ ਭਾਈ ਮਨਤੀਰ ਸਿੰਘ ਹੋਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਜਾਣ। ਤੇ ਅੱਜ ਆਪਾਂ ਦੁਬਾਰਾ ਇਕੱਤਰ ਹੋਣ ਦਾ ਫੈਸਲਾ ਵੀ ਇੱਥੇ ਕਰਕੇ ਜਾਈਏ ਤਾਂ ਕਿ ਪ੍ਰੋਗਰੈਸ ਜਿਹੜੀ ਹੈਗੀ ਆ ਉਹ ਮਹੀਨੇ ਕੁ ਬਾਅਦ ਆਪਾਂ ਜਾਂਚ ਲਈਏ ਕਿੰਨੀ ਕੁ ਹੋਗੀ। SGPC ਦੇ ਮੈਂਬਰ ਸਹਿਬਾਨ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਬਹੁਤ ਵੱਡੇ ਇੱਕ ਜਦੋਜਹਿਦ ਦਾ ਇਸ਼ਾਰਾ ਕਰਦੀ ਹੈ। ਬਿਨਾਂ ਸ਼ੱਕ ਅਸੀਂ ਐਤਕੀ ਜਨਗਣਨਾ ਦੇ ਨਤੀਜੇ ਆ ਜਾਣੇ ਆ ਜਿਹੜੀ 2021 ਚ ਹੋਈ ਆ। ਤੁਸੀਂ ਦੇਖੋਗੇ ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਘੱਟ ਗਿਣਤੀ ਚ ਰਹਿ ਗਏ ਆ। ਸੋ ਇਹ ਜਿਹੜੀਆਂ ਸੰਸਥਾਵਾਂ ਜਿੱਥੇ ਕੇਵਲ ਬਜਟ ਪਾਸ ਹੁੰਦਾ ਜਾਂ ਪ੍ਰਧਾਨ ਦੀ ਨਿਯੁਕਤੀ ਹੋ ਜਾਂਦੀ ਹੈ ਉਦੋਂ ਬਾਅਦ ਬੋਲੇ ਸੋ ਨਿਹਾਲ ਹੋ ਜਾਂਦਾ ਹੈ, ਅਗਰ ਉਹ ਸਹੀ ਕੰਮ ਕਰਨ ਲੱਗ ਜਾਣ ਤਾਂ ਇਹ ਸਾਰੇ ਮਸਲੇ ਹੱਲ ਹੋ ਸਕਦੇ ਹੈ। ਵਰਨਾ ਪਿਛਲੇ ਦਿਨਾਂ ਦੇ ਵਿੱਚ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਤਸਵੀਰ ਉੱਥੋਂ ਲਾਈ ਗਈ ਹੈ ਜਿੱਥੋਂ ਸਰਕਾਰ ਚੱਲਦੀ ਹੈ, ਉਹ ਕੋਈ ਛੋਟੀ ਗੱਲ ਨਹੀਂ। ਹਕੂਮਤ ਕਰਨ ਵਾਲੇ ਲੋਕ ਇਤਿਹਾਸ ਤੋਂ ਡਰਦੇ ਹੈ ਔਰ ਅਸੀਂ ਇਸੇ ਕਰਕੇ ਇਸ ਪੜਾਅ ਤੇ ਪਹੁੰਚ ਗਏ ਆ ਕਿ ਅੱਜ ਸਾਨੂੰ ਉਸ ਧਰਤੀ ਤੇ ਜਿੱਥੇ ਸ਼ਬਦ ਗੁਰੂ ਦੀ ਸਥਾਪਨਾ ਹੋਈ ਹੈ ਅਸੀਂ ਬੌਧਿਕ ਤੌਰ ਤੇ ਕੰਗਾਲ ਹੋ ਕੇ ਵਿਦੇਸ਼ਾਂ ਵੱਲ ਦੌੜ ਰਹੇ ਹਾਂ। ਅਰਦਾਸ ਇਹ ਹੈ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੋ। ਤੇ ਯਤਨ ਇਹ ਹੈ ਕਿ ਆਸਟ੍ਰੇਲੀਆ ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗ ਜੇ ਸੱਚੇ ਪਾਤਸ਼ਾਹ ਤੇ ਸਾਰਾ ਟੱਬਰ ਸਾਡਾ ਬਾਹਰ ਨਿਕਲ ਜੇ ਇਸ ਸਿਸਟਮ ਦੇ ਵਿੱਚੋਂ। ਸੋ ਇਹ ਬਿਲਕੁਲ ਠੀਕ ਹੈ ਕਿ ਸਾਨੂੰ ਇਥੋਂ ਇਹ ਛੋਟੀ ਗੱਲ ਨਹੀਂ ਹੈ ਜਿੱਥੇ ਆਪਾਂ ਬੈਠੇ ਹਾਂ। जिस ही का राज तिसे का सुपना, मेरा ख्याल यही शब्द है जी, जिसका राज तिसी का सुपना। सो इथों ही गल शुरू होनी है क्योंकि तुहाडा राज रहा है जिन्हों पूरी दुनिया दे विच एक महान ते शानदार राज मन्निया गया है। अज आपां जिन्ने भी हाँ सारे माड़ियां सरकारां ते माड़े राज तो पीड़ित हाँ, इसे करके पंजाब छड्ड के भज रहे हैं। सो एक बेनती होर है नाल असी लोक अधिकार लहर वालों एक प्रॉमिस करते हैं कि तन मन धन दे नाल ते हैगी आ, ये तो बहुत छोटी गल है, पर सानू इहदे लई पूरे पंजाब दे लोकां दे विच एक जागरूकता अभियान चलाउणा पएगा। ਉਹਦੇ ਚ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਹੁਣ ਜਿਹੜੇ ਪਿੰਡ ਵੀ ਜਾਵਾਂਗੇ ਉੱਥੇ ਇਸ ਜਗ੍ਹਾ ਦੀ ਗੱਲ ਜ਼ਰੂਰ ਕਰਾਂਗੇ ਕਿ ਪੰਜਾਬੀਓ ਇੱਕ ਉਹ ਥਾਂ ਹੈ ਜਿਹੜੀ ਇਸ ਗੱਲ ਦੀ ਨਿਸ਼ਾਨਦੇਹੀ ਕਰਦੀ ਹੈ, ਜਿਹੜੀ ਇੱਕ ਸੁਪਨੇ ਨੂੰ ਜਿਉਂਦਾ ਰੱਖ ਸਕਦੀ ਹੈ ਔਰ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਇਸ ਧਰਤੀ ਦੇ ਉੱਤੇ ਦੁਬਾਰਾ ਤੁਸੀਂ ਇੱਕ ਵਧੀਆ ਰਾਜ ਸਥਾਪਿਤ ਕਰ ਸਕਦੇ ਹੋ। ਭਾਵੇਂ ਉਹ ਲੋਕ ਰਾਜ ਹੈ, ਪਰ ਲੋਕ ਰਾਜ ਤੋਂ ਵੀ ਅਸੀਂ ਬਹੁਤ ਦੂਰ ਰਹਿ ਗਏ ਹਾਂ। ਉਹ ਰਾਜ ਵੀ ਹੁਣ ਇੱਕ ਬਸਤੀ ਦੇ ਤੌਰ ਤੇ ਪੰਜਾਬ ਨੂੰ ਵਰਤਿਆ ਜਾ ਰਿਹਾ। ਪਿੱਛੋਂ ਆਵਾਜ਼ ਨਾ ਆ ਜੇ ਕਿ ਜ਼ਿਆਦਾ ਗੱਲ ਨਹੀਂ ਕਰਨੀ। ਸੋ ਆਪਾਂ ਸਾਰਿਆਂ ਨੇ ਮਿਲ ਕੇ ਇਹ ਜਿਹੜਾ ਅੱਜ ਸ਼ੁਰੂਆਤ ਕੀਤੀ ਹੈ ਜਾਂ ਪਿਛਲੇ ਸਮੇਂ ਤੋਂ ਹੋਈ ਹੈ, ਮੈਂ ਪ੍ਰਬੰਧਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਉਹ ਅਗਲੀ ਤਰੀਕ ਜਿਹੜੀ ਹੈ WhatsApp ਗਰੁੱਪ ਵੀ ਬਣਾਇਆ ਜਾਵੇ। ਜੇ ਅੱਜ ਹੀ ਨਿਰਣਾ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ। ਅਸੀਂ ਸਾਰੀ ਟੀਮ ਜਿਹੜੀ ਹੈਗੀ ਆ ਤੁਹਾਡੇ ਨਾਲ ਸਾਥ ਦੇਵਾਂਗੇ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਰੋਮੀ ਘੜਾਮੇਵਾਲ ਇਹਨਾਂ ਨੇ ਕਵਿਤਾ ਪੜ੍ਹਨੀ ਹੈ, ਇਹਨਾਂ ਦੀ ਕਵਿਤਾ ਤੋਂ ਬਾਅਦ ਜਿਹੜਾ ਅਗਲਾ ਬੁਲਾਰੇ ਦਾ ਨਾਮ ਅਨਾਉਂਸ ਕੀਤਾ ਜਾਵੇਗਾ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਵਿਤਾ ਇੱਕ ਵੰਨਗੀ ਹੈ, ਉਸ ਤੋਂ ਪਹਿਲਾਂ ਗੱਲ ਵੀ ਹੋ ਜਾਏਗੀ ਅੱਜ ਦੇ ਮਸਲੇ ਦੀ, ਕਿਉਂਕਿ ਸਟੇਟ ਸੈਕਟਰੀ ਸਾਹਿਬਾਨ ਵੱਲੋਂ ਵਾਰ-ਵਾਰ ਗੱਲ ਹੋ ਰਹੀ ਹੈ ਕਿ ਵਿਸ਼ੇ ਤੇ ਗੱਲ ਮੇਰੇ ਖਿਆਲ ਵੀ ਹੋ ਜਾਏ ਤਾਂ ਵਧੀਆ। ਅੱਜ ਵੀ ਮੈਂ ਦੇਖ ਰਿਹਾ ਕਿ ਜਿਹੜੇ ਨਾ 30 ਸਾਲ ਤੋਂ ਘੱਟ ਉਮਰ ਦੇ ਬੰਦੇ ਜੇ ਇੱਕ ਦੋ ਹੈਗੇ ਨੇ, ਕੋਈ ਕੈਮਰਾਮੈਨ ਹੈ ਜਾਂ ਕੋਈ ਕੰਮ ਆਇਆ ਹੋਇਆ, ਸੰਗਤ ਦੇ ਵਿੱਚ ਕੋਈ ਨਹੀਂ ਆਇਆ ਹੋਇਆ। ਤੇ ਇਹ ਸਮੱਸਿਆ ਇੱਥੇ ਨਹੀਂ, ਇਹ ਹਰੇਕ ਵਰਗ ਦੀ ਹੈ, ਚਾਹੇ ਕੋਈ ਕਾਮਰੇਡਾਂ ਦੀ ਸਭਾ ਹੋਵੇ, ਚਾਹੇ ਤਰਕਸ਼ੀਲਾਂ ਦੀ ਹੋਵੇ, ਚਾਹੇ ਸਿੱਖੀਜ਼ਮ ਨੂੰ ਲੈ ਕੇ ਕੋਈ ਮੀਟਿੰਗ ਹੋਵੇ, ਚਾਹੇ ਹਿੰਦੂਇਜ਼ਮ ਨੂੰ ਲੈ ਕੇ ਹੋਵੇ, ਸਭ ਦੀ ਹੈ। ਕਿਉਂਕਿ ਉਸ ਪੀੜ੍ਹੀ ਨੂੰ ਹਾਣ ਦਾ ਬਣਾਉਣ ਦੇ ਵਿੱਚ ਕੋਈ ਵੀ ਧਿਰ ਕਾਮਯਾਬ ਨਹੀਂ ਹੋ ਰਹੀ। ਮਿਊਜ਼ੀਅਮ ਦੀ ਗੱਲ ਚੱਲੀ ਇੱਕ ਲੈ ਕੇ, ਇਸ ਤੋਂ ਪਹਿਲਾਂ ਸਰਕਾਰ ਨੇ ਮਿਊਜ਼ੀਅਮ ਬਣਾਏ ਨੇ, ਬਹੁਤ ਵਧੀਆ ਬਣਾਏ ਨੇ। ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਕਿ ਉਹਨਾਂ ਦਾ ਰਿਜ਼ਲਟ ਨਵੀਂ ਪੀੜ੍ਹੀ ਨੂੰ ਜੋੜਨ ਵਿੱਚ ਕੀ ਰਿਹਾ, ਉਹ ਸ਼ਾਇਦ ਮੈਨੂੰ ਭੁਲੇਖਾ ਹੋਵੇ ਵੀ ਮੇਰਾ ਕੱਢਿਆ ਜਾਵੇ। ਨਵੀਂ ਪੀੜ੍ਹੀ ਨੂੰ ਹਾਣ ਦਾ ਨਹੀਂ ਬਣਾ ਸਕੇ, ਅਸੀਂ ਇੱਥੇ ਤੱਕ ਬੁਲਾ ਹੀ ਨਹੀਂ ਸਕੇ, ਜਦ ਕਿ ਅੱਜ ਕੱਲ ਪੋਸਟਰ ਵੀ ਕੰਧਾਂ ਤੇ ਨਹੀਂ ਲੱਗਦੇ ਸ਼ਹਿਰਾਂ ਦੇ ਵਿੱਚ। ਸਭ ਤੋਂ ਵੱਧ ਪੋਸਟਰ ਜਿਹੜੇ ਨੇ ਕਿਸੇ ਸਮਾਗਮ ਦੇ WhatsApp ਗਰੁੱਪਾਂ ਤੇ, Facebook ਤੇ, ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਘੁੰਮਦੇ ਨੇ, ਤੇ ਸਭ ਤੋਂ ਵੱਧ 30 ਸਾਲ ਤੋਂ ਘੱਟ ਉਮਰ ਦੇ ਬੱਚੇ ਉਹਨੂੰ ਯੂਜ਼ ਕਰਦੇ ਨੇ, ਤੇ ਉਹੀ ਨਹੀਂ ਪਹੁੰਚਦੇ ਜਿਹੜੇ ਕਿ ਇਨਵੀਟੇਸ਼ਨ ਵੱਧ ਦੇਖਦੇ ਨੇ। ਉਹਨਾਂ ਦੇ ਰਾਹੀਂ ਜਿਨ੍ਹਾਂ ਨੇ ਸੁਣਿਆ ਹੁੰਦਾ ਬਜ਼ੁਰਗਾਂ ਨੇ, ਉਹ ਆ ਜਾਂਦੇ ਨੇ। ਕਾਰਨ ਕੀ ਹੈ? ਕਾਰਨ ਕੀ ਹੈ? ਲੋਕ ਭਾਸ਼ਾ ਦੇ ਵਿੱਚ ਉਹਨਾਂ ਦੇ ਹਾਣ ਦੀ, ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਹੀ ਨਹੀਂ ਹੋ ਰਹੀ। ਮੈਂ ਗੱਲ ਕੀਤੀ ਸੀ ਕਾਮਰੇਡਾਂ ਦੀ, ਤਰਕਸ਼ੀਲਾਂ ਦੀ, ਉੱਥੇ ਵੀ ਵਿਕੋ ਲਿਤਰੀ, ਪ੍ਰੋਲੇਤਾਰੀ, ਬੁਰਜਵਾ ਰਾਜਨੀਤੀ, ਦ੍ਰਿਸ਼ਟੀਕੋਣ, ਦ੍ਰਿਸ਼ਟੀਗੋਚਰ ਉੱਪਰ ਦੀ ਲੰਘ ਜਾਂਦੇ। ਤੇ ਇੱਥੇ ਵੀ ਜਿਹੜੇ ਸ਼ਬਦ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਬੋਰ ਹੋਵਾਂਗੇ। ਮੈਂ ਕਵਿਤਾ ਬੋਲੂੰਗਾ ਆਪਣੀ, ਫਿਰ ਇਸੇ ਕਵਿਤਾ ਨਾਲ ਜੋੜ ਕੇ ਅੱਜ ਦੇ ਮਸਲੇ ਦਾ ਸਲਾਹ ਵੀ ਇੱਕ ਦੇ ਕੇ ਜਾਊਂਗਾ, ਜੇ ਚੰਗੀ ਲੱਗੇ। ਹੋ ਸਕਦਾ ਮੇਰੀ ਗਲਤ ਹੋਵੇ, ਠੀਕ ਹੋਵੇ, ਉਹ ਫੈਸਲਾ ਕਮੇਟੀ ਤੇ ਤੁਸੀਂ ਕਰੋਗੇ। ਕਵਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਹੈ। ਇਲਾਹੀ ਸ਼ਖਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਕੁਝ ਹੀ ਦਿਨਾਂ ਦੇ ਵਿੱਚ ਅਸੀਂ ਇਹਦੀ ਵੀਡੀਓਗ੍ਰਾਫੀ, ਜਿਹੜੀ ਪੋਇਮੋ ਬਾਇਓਗ੍ਰਾਫਿਕ ਨਾਮ ਦੇ ਕੇ ਇਲਾਹੀ ਸ਼ਖਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਿਲੀਜ਼ ਕਰਾਂਗੇ ਸਾਡੇ 11 TV ਤੇ ਜੀ। ਤੇਗ ਬਹਾਦਰ ਪਿਤਾ ਤੇ ਮਾਤਾ ਗੁਜਰੀ ਜੀ ਦੇ ਜਾਏ, ਪਟਨਾ ਸ਼ਹਿਰ ਬਿਹਾਰ ਸੂਬੇ ਵਿੱਚ ਜਨਮੇ ਗੋਬਿੰਦ ਰਾਏ। ਪਾਣੀ ਤੇ ਦੁੱਧ ਵਾਲੇ ਕੁੱਜਿਆਂ ਦੇ ਨਾਲ ਕਰਕੇ ਪਰਖ, ਭੀਖਣ ਸ਼ਾਹ ਨੇ ਬੁੱਝਿਆ ਧਰਮ ਹੇਤ ਗੁਰਦੇਵ ਪਠਾਏ। ਕਿਸ਼ੋਰ ਅਵਸਥਾ 9 ਸਾਲ ਦੀ ਉਮਰ ਦਾ ਸੀਗਾ ਪੜਾ, ਕਸ਼ਮੀਰੀ ਪੰਡਤ ਬਣ ਫਰਿਆਦੀ ਪਿਤਾ ਕੋਲ ਗਿਆ। ਕਹਿੰਦੇ ਕਰਕੇ ਜ਼ੁਲਮ ਔਰੰਗਾ ਬਦਲੇ ਦੇ ਵਿੱਚ ਮੰਗਦਾ, ਸੀਸ ਕਿਸੇ ਵੱਡੇ ਆਗੂ ਦਾ ਕਰੋ ਜੀ ਕੋਈ ਉਪਾਅ। ਚਰਚਾ ਦੇ ਵਿੱਚ ਬਾਲ ਗੋਬਿੰਦ ਨੇ ਦਿੱਤਾ ਆਪ ਸੁਝਾਅ, ਪਿਤਾ ਜੀ ਥੋਥੋਂ ਵੱਡਾ ਆਗੂ ਨਜ਼ਰ ਰਿਹਾ ਨਾ। ਤਿਲਕ ਜੰਜੋ ਦੀ ਰਾਖੀ ਖਾਤਰ ਆਪ ਤੋੜਿਆ ਹੱਥੀ, ਪਾਤਸ਼ਾਹੀ ਦੇ ਨਾਲ ਹੀ ਦਿੱਤੇ ਹਿੰਦ ਦੀ ਚਾਦਰ ਬਣਾ। ਮੱਖੋਵਾਲ ਜਾਂ ਚੱਕ ਨਾਨਕੀ ਪਿੰਡ ਤੇ ਦੇ ਕੇ ਧਿਆਨ, ਪਰਬਤ ਨਹਿਰਾਂ ਚਸ਼ਮੇ ਦਰਿਆ ਜੰਗਲ ਬੀਆਬਾਨ। ਆਨੰਦ ਆਨੰਦ ਹੀ ਤੱਕ ਸਭ ਪਾਸੇ, ਨਾਮ ਆਨੰਦਪੁਰੀ ਰੱਖ ਕੇ ਅਸ਼ਤਰ ਤੇ ਸ਼ਸਤਰ ਵਿਦਿਆ ਦਾ ਕੀਤਾ ਖੂਬ ਉਥਾਨ। ਆਨੰਦਗੜ੍ਹ, ਫਤਿਹਗੜ੍ਹ, ਤਾਰਾਗੜ੍ਹ, ਹੋਲਗੜ੍ਹ, ਲੋਹਗੜ੍ਹ ਕਿਲੇ ਉਸਾਰੇ, ਕਿੱਤੀ ਪੱਕੀ ਸੁਰੱਖਿਆ ਕੇਂਦਰੀ ਅਤੇ ਦਿਸ਼ਾਵਾਂ ਚਾਰੇ। ਜੋੜੇ ਘੋੜੇ ਕਲਗੀ ਦੇ ਨਾਲ ਬਾਜ ਸਾਜਿਆ ਮੋਢੇ, ਆਮ ਬੰਦੇ ਦੀ ਹੋਂਦ ਦੱਸਣ ਲਈ ਲਾਈ ਚੋਟ ਨਗਾਰੇ। 1699 ਆਇਆ ਵਿਸਾਖੀ ਵਾਲਾ ਤਿਉਹਾਰ, ਸਾਜੇ 5 ਪਿਆਰੇ ਕਰਕੇ ਪਾਉਣ ਖੰਡੇ ਦੀ ਤਿਆਰ। ਦਇਆ ਹਿੰਮਤ ਸਾਹਿਬ ਮੋਹਕਮ ਤੇ ਸਾਹਿਬ ਸਿੰਘ ਦੇ ਹੱਥੋਂ, ਸਜੇ ਆਪ ਵੀ ਸਿੰਘ ਤੇ ਕਰਤੇ ਗੁਰਚੇਲੇ ਇਕਸਾਰ। ਸਿਖਲਾਈਆਂ ਨਾਲ ਜਿਉਂ ਚਿੜੀਆਂ ਵਿੱਚ ਰੂਹ ਬਾਜਾਂ ਦੀ ਭਰ ਕੇ, ਮੁੜੇ ਜੰਗਾਂ ਤੋਂ ਜੂਝ ਕੇ ਜ਼ੋਰ ਨਾਲ ਫਤਿਹ ਕਰਕੇ। ਕਰਦੇ ਰਹੇ ਸਮਰਪਿਤ ਪੁੱਤਰਾਂ ਦਿਆਂ ਜਨਮਾਂ ਦੇ ਵੇਲੇ, ਅਜੀਤ ਜੁਝਾਰ ਜੋਰਾਵਰ ਨਾਲੇ ਫਤਿਹ ਸਿੰਘ ਨਾਂ ਧਰ ਕੇ। ਲੱਗਦੇ ਤੱਕ ਦਰਬਾਰ ਲੰਗਰ ਤੇ ਸਜਦੇ ਵੇਖ ਦੀਵਾਨ, ਘੋੜ ਸਵਾਰੀਆਂ ਕਵੀ ਕਵੀਸ਼ਰ ਭੱਟ ਅਤੇ ਪਹਿਲਵਾਨ। ਈਰਖਾ ਵਸ ਗਵੰਡੀ ਰਾਜਿਆਂ ਰਲ ਮਿਲ ਮਤੇ ਪਕਾਏ, ਹਾਕਮਾਂ ਦੇ ਕੰਨ ਭਰਤੇ ਚੁਗਲਾਂ ਬੋਲ ਕੇ ਝੂਠ ਤੂਫਾਨ। 22 ਧਾਰ ਦੇ ਰਾਜਿਆਂ ਦੇ ਨਾਲ ਮੁਗਲ ਹਕੂਮਤ ਵੱਖ, ਸੈਂਕੜਿਆਂ ਨੂੰ ਘੇਰਨ ਆ ਗਈ ਫੌਜ ਕਹਿੰਦੇ 10 ਲੱਖ। ਸੋਹਾ ਆਟੇ ਦੀਆਂ ਗਾਵਾਂ ਤੇ ਕੁਰਾਨ ਸ਼ਰੀਫ ਦੀਆਂ ਸੁਣ ਕੇ, ਦਿੱਤਾ ਛੱਡ ਆਨੰਦਪੁਰੀ ਨੂੰ ਸੋਚ ਕੇ ਸਾਰੇ ਪੱਖ। ਦਿੱਤਾ ਛੱਡ ਆਨੰਦਪੁਰੀ ਨੂੰ ਸੋਚ ਕੇ ਸਾਰੇ ਪੱਖ। ਸਰਸਾ ਦੇ ਹੜ ਕਾਰਨ ਆਖਿਰ ਵਿਛੜ ਗਿਆ ਪਰਿਵਾਰ, ਚਮਕੌਰ ਵਿਖੇ ਪਾ ਗਏ ਸ਼ਹੀਦੀ ਸਿੰਘ ਅਜੀਤ ਜੁਝਾਰ। ਵਿੱਚ ਸਰਹੰਦ ਦੇ ਮਾਂ ਗੁਜਰੀ ਨਾਲ ਜ਼ੋਰਾਵਰ ਫਤਿਹ ਸਿੰਘ, ਤੋੜ ਸਾਰਿਆਂ ਨੂੰ ਬੋਲੇ ਸਤਿਗੁਰ ਜੀਵਤ ਕਈ ਹਜ਼ਾਰ। ਤੋੜ ਸਾਰਿਆਂ ਨੂੰ ਬੋਲੇ
ਸਤਿਗੁਰ ਜੀਵਤ ਕਈ ਹਜ਼ਾਰ ਕੂਟਨੀਤੀ ਨਾਲ ਗੜੀ ਚੋਂ ਨਿਕਲੇ ਪਹੁੰਚੇ ਮਾਛੀਵਾੜੇ ਮਗਰ ਵਿਰੋਧੀ ਫੌਜ ਤੇ ਸੂਈਏ ਫਿਰਨ ਮਾਰਦੇ ਧਾੜੇ ਜੰਗਲ ਝਾੜਾਂ ਬੀੜਾਂ ਗਾ ਕੇ ਕੀਤੀ ਪਹੁੰਚ ਮੁਕਤਸਰ ਟੁੱਟੀਆਂ ਜਿੱਥੇ ਗੰਢਣ ਖਾਤਰ ਬੇਦਾਵੇ ਸੀ ਫਾੜੇ ਦਿਨੇ ਪਿੰਡ ਵਿੱਚ ਆਪਣੇ ਆਪ ਨਾਲ ਕਰਕੇ ਸੋਚ ਵਿਚਾਰ ਜਫਰਨਾਮਾ ਸੀ ਲਿਖਿਆ ਕਰਕੇ ਕਲਮ ਦੀ ਤਿੱਖੀ ਧਾਰ ਔਰੰਗਜ਼ੇਬ ਦੀ ਰੂਹ ਤਰਫਾਤੀ ਤੀਰਾਂ ਵਰਗੀਆਂ ਸ਼ਬਦਾਂ ਦਰਜ ਹੈ ਵਿੱਚ ਇਤਿਹਾਸ ਕੇ ਦਿੱਤਾ ਜਿਉਂਦੇ ਜੀ ਸੀ ਮਾਰ ਸਿਰੜ ਸਿਦਕ ਤੇ ਹੌਸਲਾ ਫਿਰ ਸੀ ਪੁੱਜਿਆ ਦੱਖਣ ਦੇਸ਼ ਮਿਲਿਆ ਮਾਧੋ ਦਾਸ ਸੀ ਜਿੱਥੇ ਵਿੱਚ ਬਿਰਾਗੀ ਭੇਸ ਸਾਂਝੀ ਕਰਕੇ ਵਿਥਿਆ ਸਾਰੀ ਦੇ ਕੇ ਬਣਦੀ ਸਿੱਖਿਆ ਸਿੰਘ ਸਜਾ ਕੇ ਘੱਲਿਆ ਬਣਾ ਕੇ ਬੰਦਾ ਬਹਾਦਰ ਵੇਸ ਗੁਰੂ ਕੇ ਬੰਦੇ ਨੇ ਫਿਰ ਵਾਹਕ ਮਾਲਕ ਦਿੱਤੇ ਬਣਾ ਢੈਂਦੀ ਕਲਾ ਤੇ ਚੜ੍ਹਦੀ ਵਾਲੀ ਦਿੱਤੀ ਪਾਣ ਚੜਾ ਸਰਹੰਦ ਸੰਢੋਰੇ ਬੰਦੂੜ ਸਮਾਣੇ ਵਿੱਚੋਂ ਲੱਭ ਲੱਭ ਵੈਰੀ ਦੇ ਕੇ ਸਖਤ ਸਜ਼ਾਵਾਂ ਦਿੱਤੀ ਇੱਟ ਨਾਲ ਇੱਟ ਖੜਕਾ ਬੇਸ਼ੱਕ ਇੱਧਰ ਥਾਂ ਥਾਂ ਝੰਡੇ ਖਾਲਸਾਈ ਲਹਿਰਾਏ ਉਧਰ ਕੁਦਰਤ ਦੇ ਨਿਯਮ ਪਰ ਆਪਣੇ ਰੰਗ ਵਿਖਾਏ ਗੁਰੂ ਮਾਨਿਓ ਹੁਕਮ ਸੁਣਾ ਕੇ ਸ਼ਬਦ ਗੁਰੂ ਲੜਦਾ ਕੇ ਨਾਂਦੇੜ ਵਿਖੇ ਸਨ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਕਲਗੀਧਰ ਆਪੇ ਗੁਰਚੇਲਾ ਜਾਂ ਫਿਰ ਸੰਤ ਸਿਪਾਹੀ ਸਰਬੰਸਦਾਨੀ ਬਾਜਾਂ ਵਾਲੇ ਜਾਂ ਦਸ਼ਮੀ ਪਾਤਸ਼ਾਹੀ ਪਿੰਡ ਘੜਾਮੇ ਰੋਮੀਆਂ ਦੇ ਲੈ ਜਿਹੜਾ ਮਰਜੀ ਨਾਮ ਇਤਿਹਾਸ ਵਿੱਚ ਪਰ ਮੁੜ ਨਹੀਂ ਆਉਣਾ ਐਸਾ ਸ਼ਖਸ ਇਲਾਹੀ ਇਤਿਹਾਸ ਵਿੱਚ ਪਰ ਮੁੜ ਨਹੀਂ ਆਉਣਾ ਐਸਾ ਸ਼ਖਸ ਇਲਾਹੀ ਇਤਿਹਾਸ ਵਿੱਚ ਪਰ ਮੁੜ ਨਹੀਂ ਆਉਣਾ ਐਸਾ ਸ਼ਖਸ ਇਲਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਾਡੀ ਟੀਮ ਨੇ ਕੋਸ਼ਿਸ਼ ਕੀਤੀ ਹੈ 5.5 ਮਿੰਟ ਦੇ ਵਿੱਚ ਅਸੀਂ ਦੀ ਫੋਟੋਆਂ ਕਲੈਕਟ ਕਰਕੇ ਕੁਝ ਜਿਵੇਂ 4 ਸਾਹਿਬਜ਼ਾਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਫਿਲਮਾਂ ਆਈਆਂ ਨੇ ਉਹਦੇ ਵਿੱਚੋਂ ਸੀਨਸ ਲੈ ਕੇ ਇਲਾਹੀ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਇਹਨੂੰ ਰਿਲੀਜ਼ ਕਰ ਰਹੇ ਹਾਂ ਜਲਦੀ ਇਸੇ ਹਫਤੇ। ਸੋ ਜਿਨ੍ਹਾਂ ਕੋਲ ਵੀ ਪਹੁੰਚੇਗੀ ਬੇਨਤੀ ਹੈ ਕਿ ਇਹ ਅੱਗੇ ਪਹੁੰਚਾਓ ਤੇ ਕਿ ਨਵੀਂ ਪੀੜ੍ਹੀ ਤੱਕ ਪਹੁੰਚ ਕਰਨ ਵਾਸਤੇ ਕਿ 5.5 ਮਿੰਟ ਦੇ ਵਿੱਚ ਉਹਨਾਂ ਦੀ ਥਾਲੀ ਦੇ ਵਿੱਚ ਪਰੋਸੀਏ ਜਿਹਦੀ ਚ ਉਹ ਚਾਹੁੰਦੇ ਨੇ। ਸੋ ਮੇਰੀ ਬੇਨਤੀ ਵੀ ਹੈ ਕਿ ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਵੀ ਇਹੋ ਜਿਹੇ ਕੋਈ ਪ੍ਰੋਜੈਕਟ ਨੇ ਜਿਹੜੇ ਆਪਣੇ ਕੋਲ ਬੰਦੇ ਮੇਰੇ ਵਰਗੇ ਕੋਈ ਕੰਮ ਵਾਲੇ ਕਿਸਮ ਦੇ ਹੈ ਨੇ ਉਹਨਾਂ ਨੂੰ ਵਰਤੀਏ ਤੇ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਬਾਰੇ ਜ਼ਰੂਰ ਧਿਆਨ ਦਿਆ ਜਾਵੇ। ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਮੈਂ ਹੁਣ ਬੇਨਤੀ ਕਰਾਂਗਾ ਭਾਈ ਲਖਵੀਰ ਸਿੰਘ ਜੀ ਜੋ ਕੈਨੇਡਾ ਦੀ ਧਰਤੀ ਤੋਂ ਸਾਡੇ ਵਿੱਚ ਦਰਮਿਆਨ ਇੱਥੇ ਆਏ ਹਨ ਹਾਜ਼ਰੀ ਲਾਉਣ ਵਾਸਤੇ। ਉਹਨਾਂ ਨੂੰ ਬੇਨਤੀ ਹੈ ਕਿ 2 ਮਿੰਟ ਉਹ ਵੀ ਆਪਣੇ ਵਿਚਾਰ ਸੰਗਤਾਂ ਦੇ ਰੂਬਰੂ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਣੀ ਰਹਿਤ ਵਿੱਚ ਰਹਿੰਦਾ ਜੋ ਸਿੱਖ ਪੱਕਾ ਸਿਰ ਤੇ ਹੱਥ ਹੁੰਦਾ ਹੈ ਕਲਗੀ ਧਾਰਦਾ ਜੀ ਲੱਖ ਮੁਸ਼ਕਲਾਂ ਲਖੇ ਆਉਣ ਸਾਵੇਂ ਸਿੱਖ ਗੁਰੂ ਦਾ ਕਦੇ ਨਹੀਂ ਹਾਰਦਾ ਜੀ ਸਿੱਖ ਗੁਰੂ ਦਾ ਕਦੇ ਨਹੀਂ ਹਾਰਦਾ ਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਇੱਕੇ ਵੇਲੇ ਕਹਿਣ ਤੇ ਗੱਜ ਕੇ ਫਤਿਹ ਦੀ ਆਵਾਜ਼ ਆਉਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ। ਮੈਂ ਮੁੱਢਲੇ ਤੌਰ ਤੇ ਭਾਈ ਗੁਸ਼ਨ ਸਿੰਘ ਬਨਵੈਤ ਤੇ ਇਹਨਾਂ ਦੀ ਸਮੂਹ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਇੱਥੇ ਸਮਾਂ ਦਿੱਤਾ ਔਰ ਮੈਂ ਆਸ ਕਰਦਾ ਗੁਰੂ ਅੱਗੇ ਅਰਦਾਸ ਕਰਦਾ ਕਿ ਇਸ ਰੰਭੇ ਹੋਏ ਕਾਰਜ ਨੂੰ ਵਾਹਿਗੁਰੂ ਸਿਰੇ ਚੜਾਉਣ ਤੇ ਮੈਂ ਆਪ ਸਭ ਸੰਗਤ ਦੇ ਸਾਹਮਣੇ ਇਹ ਪਰਨ ਕਰਕੇ ਜਾ ਰਿਹਾ ਇਥੋਂ ਕਿ ਜੋ ਵੀ ਇਹ ਕਮੇਟੀ ਸਾਨੂੰ ਹੁਕਮ ਲਾਵੇਗੀ ਮੈਂ ਸਿੱਖ ਵਿਜ਼ਨ ਐਸੋਸੀਏਸ਼ਨ ਮੌਂਟਰੀਅਲ ਕੈਨੇਡਾ ਤੋਂ ਜੋ ਸਾਨੂੰ ਹੁਕਮ ਲਾਉਣਗੇ ਮੈਂ ਉਹਦੇ ਵਿੱਚ ਜ਼ਰੂਰ ਇਹਨਾਂ ਦੀ ਜਿਹੜਾ ਸਾਥ ਦਊਂਗਾ। ਬਾਕੀ ਇੱਥੇ ਬੈਠੇ ਬੈਠੇ ਜੋ ਗੱਲ ਚੱਲ ਰਹੀ ਸੀ ਉਹ ਤੇ ਬੜਾ ਮਨ ਦੁਖਿਆ ਕਿ ਅਸੀਂ ਗੱਲ ਕਰਦੇ ਹਾਂ ਖਾਲਸੇ ਰਾਜ ਦੀ ਅਸੀਂ ਗੱਲ ਕਰਦੇ ਹਾਂ ਆਪਣੇ ਹੱਕਾਂ ਦੀ ਪਰ ਸਾਡੇ ਚ ਬਰਦਾਸ਼ਤ ਸ਼ਕਤੀ ਕਿੰਨੀ ਕਾ ਇਹ ਸਾਨੂੰ ਸਾਰਿਆਂ ਨੂੰ ਕਹਿਣ ਦੀ ਸੁਣਨ ਦੀ ਕੋਈ ਬਹੁਤੀ ਗੱਲ ਨਹੀਂ ਹੈ ਸਾਹਮਣੇ ਸਾਡੇ ਦਿਖਦਾ ਕਿਉਂਕਿ ਅਸੀਂ ਵੱਡੇ ਕੰਮਾਂ ਨੂੰ ਹੱਥ ਪਾਉਨੇ ਆ ਪਰ ਕਿਤੇ ਨਾ ਕਿਤੇ ਜਿਹੜੀ ਮੈਂ ਮੇਰੀ ਆ ਉਹ ਸਾਡੇ ਸਾਹਮਣੇ ਆਉਂਦੀ ਆ। ਗੁਰਬਾਣੀ ਚ ਗੁਰੂ ਮਹਾਰਾਜ ਸਾਨੂੰ ਬੜੇ ਸਾਫ਼ ਸ਼ਬਦਾਂ ਦੇ ਲਿਖਿਆ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਜਾਂ ਤੂੰ ਮੇਰਾ ਹੋਏ ਰਾ ਸਭ ਜਗ ਤੇਰਾ ਹੋਏ। ਇਹ ਸਾਰਾ ਰਾਜ ਤੁਹਾਡਾ ਬੜਾ ਈਜ਼ੀ ਤੇ ਬੜੇ ਆਰਾਮ ਨਾਲ ਤੁਹਾਨੂੰ ਮਿਲ ਸਕਦਾ। ਗੱਲ ਆ ਰਾਜ ਖਾਲਸੇ ਦੇ ਰਾਜ ਦੀ ਇਹ ਝੰਡੇ ਦੀ ਸਰਕਾਰੇ ਖਾਲਸਾ ਲਿਖਿਆ ਤੇ ਮੈਂ ਆਪਣੇ ਤੌਰ ਤੇ ਜ਼ਰੂਰ ਇੱਕ ਛੋਟੇ ਮੈਂ ਲਿਖਦਾ ਤੇ ਮੈਂ ਕਵਿਤਾ ਜ਼ਰੂਰ ਆਪ ਜੀ ਨਾਲ ਸ਼ਾਂਤ ਕਰਨੀ ਚਾਹੂੰ ਕਿਉਂਕਿ ਸਮਾਂ ਕਾਫੀ ਆ ਪਿੱਛੇ ਖਲਬਲੀ ਮਚ ਰਹੀ ਆ। ਗੱਲ ਆ ਕੋਈ ਪੁਰਾਤਨ ਸਾਡੇ ਸਿੰਘਾਂ ਦੀ ਗੁਰੂ ਸਾਹਿਬਾਨ ਦੀ ਸਿੱਖਾਂ ਦੀ ਗੱਲ ਕਰਦਾ ਕੋਈ ਆਉਣ ਵਾਲੇ ਸਮੇਂ ਦੀ ਗੱਲ ਕਰਨੀ ਆਪਾਂ ਵਰਤਮਾਨ ਦੀ ਅੱਜ ਅਸੀਂ ਕੀ ਚਾਹੁੰਦੇ ਆ ਅਸੀਂ ਕਰਨਾ ਕੀ ਆ। ਅਸੀਂ ਨਿਸ਼ਾਨੇ ਖਾਲਸਾ ਨੂੰ ਲੈ ਕੇ ਆਪੋ ਇਸ ਦੀ ਖਿੱਚਾ ਤੁਹੀ ਕਰਨੀ ਹੈ ਕਿ ਜਾਂ ਅਸੀਂ ਆਪਣੇ
आने वाले टीचे नूं घर वाल अगे बढ़ना। खालसे का मकसद की है? एक छोटी जी कविता के आपको सारे को इजाजत लवांगा कि खालसा खालिस्तान चाहता, खालसा खालिस्तान चाहता, अपना देश वखरी पहचान चाहता, अपना देश वखरी पहचान चाहता। दिते सीस बहुत इस देश खातर, दिते सीस बहुत इस देश खातर, हुण ना लारे नारे फोके मान चाहता, खालसा खालिस्तान चाहता, अपना देश वखरी पहचान चाहता। संता आख्या सिंगा तैयार हो जा, संता आख्या सिंगा तैयार हो जा, शस्त्र रख शस्त्र हथ कमान चाहता, खालसा खालिस्तान चाहता, अपना देश वखरी पहचान चाहता। होवे राज सच्चा सच कानून होवे राज सच्चा सच कानून होवे, होना सब दे नाल न्याय चाहता, और खालसा खालिस्तान चाहता, अपना देश वखरी पहचान चाहता। हथ जोड़ करे ए अर्ज लखा, हर सिख दा दृढ़ ईमान चाहता, खालसा खालिस्तान चाहता, अपना देश वखरी पहचान चाहता। झंडा केसरी झूले जहान अंदर, रुतबा सिख दा उच्चा महान चाहता, खालसा खालिस्तान चाहता, अपना देश वखरी पहचान चाहता। गुरु खालसा जी, मेरा कोई बोलिया अपशब्द किसी ने चुभ्या होवे, दोवें हाथ जोड़ के माफी मंगदा, ते मैं फिर कमेटी का बहुत बहुत धन्यवाद करदा कि बहुत सोहना उपराला। आपां कोशिश करिए किसी भी पार्टी नाल, किसी भी सियासी धिर नाल आपां बेशक जुड़े हैं, पर पहला अपने अंदर एक गल होवे कि मैं सिख हां, ते जदों ही यह जज्बा लैके तुरांगे ते बड़े प्यार नाल सहजे साडे काम अगे वध सकदे आ। इन्नियां बेनतियां प्रवान करनियां। वाहिगुरू जी का खालसा, वाहिगुरू जी की फतेह। मैं बेनती करा भाई जरनैल सिंह जी खालसा पंचायत नवां शहर जी नूं। गुरु प्यारे खालसा जी, फतेह अर्ज करो। वाहिगुरू जी का खालसा, वाहिगुरू जी की फतेह। सो अज आपां महाराजा रणजीत सिंह जी दे विरासती स्थान दे उत्ते इकट्ठे होए हां। इस स्थान नूं उजागर करन वास्ते, निशानदेही वास्ते, ते इन्हां दे सुझाव मंगे आ भी इत्थे आपां नूं किस तरह दा जिहड़ा उपराला करना चाहिदा है तां कि लोग इस स्थान दे दर्शन करन वास्ते आण ते इत्थों प्रेरणा लैके जाण। ते भाई मनदीप सिंह उन्हां ने सुझाव दिता कि इत्थे म्यूजियम वगैरह बनने चाहिए हैं तां कि लोगों नूं इत्थों कुछ आण के सिੱਖਣ दी, उन्हां जरनैलां दी, उन्हां जिहड़े महान योधे सन उन्हां दे कोलों कुछ सिੱਖਿਆ जा सके। ते दूसरा मैं बेनती करांगा कि जिहड़ा सिख राज दा एडा बड़ा विशाल जिहड़ा दायरा सीगा वो एवें तो नहीं बन गया, क्योंकि उन्हां योधियां विच एक मार्शल जिहड़ा सी जोश सीगा। सो मैं बेनती करां कि इत्थे नाल जिथे म्यूजियम बने उत्थे एक मार्शल अकैडमी बननी चाहिए आ ताकि सिख नौजवान इत्थे मार्शल आर्ट सीख के चंगे जिहड़े आ ओह बोहरली कतार जिहड़े संत सिपाही बन सकन। सो ये भी जरूरी है क्योंकि ये साडी विरासत हैगी आ। इत्थे एक तोपखाना सी ते क्योंकि राज जिहड़े राज भाग शासन के अधीन है राज, वो माड़ा नाल ते कदे मिल नहीं गए। वो युद्ध योधिया ने युद्ध लड़ लड़ के लाए, मार्शल आर्ट के वो बड़े माहिर सीगे ते उन्होंने जरनैलियां की। शाम सिंह अटारी, अकाली फूला सिंह ते जनरल जोरावर सिंह, होर कितने जरनैलों के, जस्सा सिंह रामगढ़िया, जस्सा सिंह आलूवालिया ते महान योधे सी। सो उन्होंने मार्शल आर्ट के जोर दिखा के ही राज भाग किए हैं। इत्थे मार्शल एक अकैडमी जिहड़ी आ वो बननी चाहिए आ। सो भुल्ला चुक्कां दी खिमा ते साडे भाई गुरचरण सिंह वड़मैद साडे शहर दे हैं, वो साडे गुआढ़ी भी हैं, वो मेरी तो रिश्तेदारी भी इन्हां दे नाल हैगी आ। ते जदों मैं किते भी आवाज़ मारदे आ तां असीं सेवा विच हाज़र हुंदे आ। तो हुण भी जदों याद करनगे जिद्दां दा सहयोग मंगणगे आपां हर खेतर विच हाज़र आ। भुल्लां चुक्कां दी खिमा। वाहिगुरू जी का खालसा, वाहिगुरू जी की फतेह।
ਇਹ ਸਨ ਭਾਈ ਜਰਨੈਲ ਸਿੰਘ ਜੀ। ਮੈਂ ਹੁਣ ਬੇਨਤੀ ਕਰਾਂਗਾ ਪਾਲ ਸਿੰਘ ਜੀ ਜੋ ਫਰਾਂਸ ਪੈਰਿਸ ਤੋਂ ਆਏ ਹਨ, ਉਹਨਾਂ ਤੋਂ ਬਾਅਦ ਕੁਸ਼ਲਪਾਲ ਸਿੰਘ ਮਾਨ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਵੀ ਤਿਆਰ ਰਹਿਣ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਪਾਲ ਸਿੰਘ ਜੀ ਜੋ ਫਰਾਂਸ ਤੋਂ ਆਏ, ਪੈਰਿਸ ਤੋਂ ਆਏ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਦੇ ਰੂਬਰੂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਵੀ ਕਹਿਣ ਤੋਂ ਪਹਿਲਾਂ ਜਿਹੜੇ ਜਾਗਰੂਕ ਸਿੱਖ ਨੇ ਤੇ ਜਾਗਰੂਕ ਪ੍ਰਬੰਧਕ ਨੇ, ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਇਹ ਮਸਲੇ ਦਾ ਹੱਲ ਵੀ ਆਪਾਂ ਇੱਕ ਮਿੰਟ 'ਚ ਦੱਸ ਦੇਣਾ ਵੀ ਕੀ ਹੋ ਸਕਦਾ ਜਿੰਨੀ ਕੁ ਬੁੱਧੀ ਹੈ। ਇਹ ਆਪਾਂ ਨੂੰ ਇੱਥੇ ਇਕੱਠੇ ਹੋਣਾ ਕਿਉਂ ਪਿਆ, ਆਪਾਂ ਇਹ ਭੁੱਲੇ ਕਿਉਂ? ਇਹ ਇੰਨੇ 9 ਏਕੜ ਜ਼ਮੀਨ ਤੇ ਇੰਨਾ ਤਕੜਾ ਵਿਰਸਾ, ਜਿਹੜਾ ਦੁਨੀਆ ਦੇ ਉੱਤੇ ਇੱਕ ਪਹਿਲਾ ਰਾਜ ਹੋਇਆ ਸ੍ਰਿਸ਼ਟੀ ਤੇ, ਕਿ ਲਤਿਓਰਾ ਵਰਗੇ ਫਰਾਂਸ ਤੋਂ, ਇਟਾਲੀਅਨ ਤੋਂ, ਸਪੇਨ ਤੋਂ, ਪੁਰਤਗਾਲ ਤੋਂ ਤਲਨੇ ਮਾਰਦੇ ਸਨ ਇੱਥੇ ਨੌਕਰੀ ਕਰਨ ਲਈ ਅਫਸਰ। ਉਹ ਰਾਜ ਦੀ ਇਹ ਨਿਸ਼ਾਨੀ ਹੈ, ਹੱਦ ਹੈ। ਕਾਰਨ ਕੀ ਹੈ ਜੀ? ਤਖਤ ਬਹਿ ਤਖਤੇ ਕੀ ਲਾਇਕ, ਤਖਤ ਰਾਜਾ ਸੋ ਬਹਿ ਜੋ ਤਖਤੇ ਲਾਇਕ ਹੋਈ, ਜਿਹਦੀ ਸੱਚ ਪਛਾਣਿਆ ਸੱਚ ਰਾਜੇ से, जिसका राज तिसे का सुपना, जैसी ही की सरकार तिसी का सब कोई। राज भाग तो बिना कौमा इस नक्शे ते रहिंदियां नहीं। फरीद साहब ने पंक्ति बड़ी सुंदर उचारी है, फरीदा बार पराया बैसना साई मुझे ना दे, जे तू एवें रख सी जियो सरीर ले, जे तेन मैनू दर दर दा मंगता बनाना, गुलाम ही बनाना है ते मेरे शरीर तो जिंद कढ़ मैनू जीण दी खाश ही नहीं। कौम अज दर दर मंगती बैठी है, जेला गोरियां नू साडे वड्डिया वडेरिया ने कुट कुट के फांसी ते रस्से ते चुम के काले पानियां दी सजा भुगत के जिन्हां नू कढ़िया सी, अज साडी सारी सिख कौम उन्हां दे वीज़ा लैण नू तरसदी। क्यों? सानू न्याय इत्थे मिलिया नहीं, उत्थे न्याय की हो सकता है जी? सब तो पहला जिहड़ा सब तो औखा काम है निशानदेही। कानूनगो होना नाल दो एक नहीं दो तक जिन्ने आखो असीं इत्थे लियावांगे, उन्हां नाल राय करके एक वड्डी समस्या खड़नी है। जिन्हां नूं पता ये विरासत जिहड़ी है, ये जगह ये गवर्नमेंट की प्रॉपर्टी हुंदी है पंजाब दी, उत्थे सिद्ध करना पैना कि ट्रस्ट है, ये जिम्मेवार व्यक्ति है। ये व्यक्ति जिहड़े जिम्मेवार व्यक्ति इस जगह नूं इस तरीके नाल सुंदर बनाउणगे जिहड़ी कि आम पब्लिक वास्ते ओपन होएगी। गोरे साडे आउंदे ने विजिट करन, वो दरबार साहब बहुत घट आउंदे, सारे गोरे बहुत ज्यादा, जे तुसीं दस्सिआ 60% तो ज्यादा गोरे राजस्थान जांदे ने विजिट करन, पंजाब च नहीं कोई आउंदा। इदां दी सुंदर इत्थे जगह बन सकदी है। ये रस्ता भी है दरबार साहब नूं जाण दा, सरहद नूं जाण दा। इत्थे बहुत सुंदर पार्क बन सकदी है, सुंदर जो गुरमुख प्यारिਆਂ ने कहा कि गतके की अकैडमी बन सकती है। गोरे गतका सिख रहे ने, गोरे ਜਿਹੜਾ ਸਾਡਾ ਵਿਰਾਸਤੀ ਉਹ ਅਸੀਂ ਭੁੱਲ ਚੁੱਕੇ हैं। पार्क बन सकती है, विरासत सुंदर बन सकती है। इन्ना सोहना गार्डन, इन्नी सोहनी लोकेशन है, शायद किते ना होवे श्री आनंदपुर साहब तो बाहर। सो ये सानू जरूरत है कि इदां दा एक ढांचा तैयार किया जाए। तो जो साडे बलविंदर सिंह जी होना ने लोक अधिकार वाले ने दस्सिया कि असीं थां थां प्रचार करिए, इन्ना इकट्ठ करिए, इन्ना प्रैशर पाइए। निशानदेही सब तो औखी है, कब्जा लेना कोई सौखा नहीं। एक बार कॉल की बाबा लख सिख इत्थे इकट्ठा कर लो, इन्होंने बोलना नहीं जिन्हों ने कब्जा किया, पर उन्होंने भी आप प्यार नाल समझाउणा। आप हजे उस रास्ते में लंघदे आ, आ साडी निशानदेही आ, साडी विरासत दा हिस्सा वा, ये सानू मिलना चाहिए। उन्होंने आप प्रेम सकते। ये बड़ा इन्होंने जिहड़ा काम कर लिया, जिहड़ी इहदी अद्धी निशानदेही हो गई, सिखां नूं पता लग गया भी इत्थे जगह हैगी आ। सो ये वधाई दे पात्र ने। भुल चुक दी खिमा बख्शड़ी जी, बबाणियां कहानियां पुत सपुत करे, असीं कपुत बने बैठे, असीं गुलाम बने बैठे। भुल चुक दी खिमा बख्शड़ी, बहुत बहुत सारे दा धन्नवाद। जे माया दी खेड एडी गै, तुहानूं किसे तो मंगण दी लोड़ ही नहीं, किसी को कहण दी लोड़ नहीं। इत्थे हर चीज परमेश्वर ने एडे सिख बैठे ने। कल्ला कल्ला सिख एक शहर वसाउण दी योग्यता विदेश विच रखदा, इहदा चीज ही कुछ नहीं, छोटा जिहा काम। वाहिगुरू जी का खालसा, वाहिगुरू जी। ਇਹ ਸਨ ਸਰਦਾਰ ਪਾਲ ਸਿੰਘ ਜੀ ਜਿਹੜੇ ਫਰਾਂਸ ਤੋਂ ਆਏ ਹਨ।
ਸਰਦਾਰ ਪਾਲ ਸਿੰਘ ਜੀ ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਇੱਥੇ ਕਾਰ ਸੇਵਾ ਸ਼ੁਰੂ ਹੋਈ, ਫਿਰ ਸਾਰਿਆਂ ਦੇ 10 ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਹਿੱਸਾ ਸਿੱਖ ਪਾਉਣ ਦੀ ਯੋਗਤਾ ਰੱਖਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਸਤਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ, ਸਤਿਗੁਰੂ ਸੱਚੇ ਪਾਤਸ਼ਾਹ ਬਲ ਬਖਸ਼ਿਓ। ਜੇ ਗੁਰੂ ਦੇ ਬਲ ਤੋਂ ਬਗੈਰ ਬੰਦਾ ਕੁਝ ਵੀ ਨਹੀਂ ਕਰ ਸਕਦਾ, ਭਾਵੇਂ ਅਰਬਾਂ ਖਰਬਾਂ ਦਾ ਮਾਲਕ ਹੋਵੇ। ਇੱਥੇ ਵੱਡੇ ਵੱਡੇ ਸਰਦਾਰ ਅਰਬਾਂ ਖਰਬਾਂ ਦੇ ਮਾਲਕ ਜਿਹੜੇ 1 ਰੁਪਇਆ ਲਾਉਣ ਦਾ ਵੀ ਦਿਲ ਨਹੀਂ ਰੱਖਦੇ। ਕਈ ਸਿੱਖ ਗਰੀਬ ਹਨ, ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਮਾਇਆ ਕੱਢਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸਮਾਂ ਆਊਗਾ ਕਿਰਪਾ ਕਰਨਗੇ। ਮੈਂ ਹੁਣ ਬੇਨਤੀ ਕਰਾਂਗਾ ਭਾਈ ਰਣਜੀਤ ਸਿੰਘ ਜੀ ਸੰਦੋਗੜ੍ਹ ਨੂੰ ਸਿਰਫ 2-2 ਮਿੰਟ ਸਾਰਿਆਂ ਨੇ ਬੋਲਣਾ। ਮੇਰੇ ਕੋਲ 4-5 ਬੁਲਾਰਿਆਂ ਦੇ ਨਾਂ ਹਨ, ਸਾਰਿਆਂ ਨੂੰ 2-2 ਮਿੰਟ ਬੁਲਾ ਕੇ, ਕਿਉਂਕਿ ਸਟੇਜ ਤੱਕ ਦੀ ਬੜੀ ਮਜਬੂਰੀ ਹੁੰਦੀ ਆ, ਉਹਦੇ ਕੋਈ ਕਮੀਜ਼ ਖਿੱਚਦਾ ਕੋਈ ਪਜਾਮਾ, ਇਸ ਕਰਕੇ ਮੈਂ ਕਹਿੰਦਾ ਸਮੇਂ ਦੇ ਨਾਲ ਸਮਾਪਤੀ ਵੀ ਕੀਤੀ ਜਾਵੇ। ਹੋਰ ਨਾ ਸਾਰੇ ਮੈਨੂੰ ਖਿਜਣ ਕਿ ਤੁਸੀਂ ਟਾਈਮ ਬਹੁਤ ਕਰ ਦਿੱਤਾ ਬਈ। ਸਾਰਿਆਂ ਨੇ ਪ੍ਰਸ਼ਾਦਾ ਵੀ ਛਕਣਾ, ਤੇ ਪ੍ਰਸ਼ਾਦੇ ਵਾਲਿਆਂ ਨੂੰ ਵੀ ਸਰਦਾਰ ਰਣਜੀਤ ਸਿੰਘ ਜੀ ਕਹਿ ਦਿਓ ਕਿ ਉਹ ਪ੍ਰਸ਼ਾਦੇ ਦਾ ਪ੍ਰਬੰਧ ਜੇ ਹੋ ਗਿਆ ਤੇ ਉਹਨਾਂ ਨੂੰ ਪ੍ਰਸ਼ਾਦਾ ਵੀ ਨੇੜੇ ਤੇੜੇ ਜਿੱਥੇ ਛਕਾਉਣਾ ਉਹਦਾ ਤਿਆਰੀ ਵੀ ਰੱਖਿਓ ਜ਼ਰੂਰ, ਕਿਉਂਕਿ ਸਾਰਿਆਂ ਨੂੰ ਭੁੱਖ ਲੱਗ ਜਾਣੀ। ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਜੀਤ ਸਿੰਘ ਜੀ ਸੰਦੋਗੜ੍ਹ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਬੇਨਤੀ ਕਰਦਾ 2 ਮਿੰਟ ਵਾਸਤੇ ਤੁਹਾਡੇ ਰੂਬਰੂ ਹੋਣਗੇ। ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। को किसे को राज ना दे है, जो ले है निज बल से ले है। राज बिना ना धर्म चले है, धर्म बिना सब दले मले है। अज गल इत्थे तक पुज गई है कि राज भाग की गल करन तो मनुकर होके असी निशानदेही ते आ गए हैं। असी इस निशानदेही ते जो भी सानू हुक्म होवेगा, मैं अपने नगर वालों जिन्ना भी कोई इत्थे ट्रैक्टर का ਜਾਂ कोई इधर उधर मिट्टी मुट्टी करने का कोई प्रोग्राम होवेगा, वो असीं पूरा सहयोग देवांगे। ਅਤੇ ਨਿਸ਼ਾਨਦੇਹੀ ਦਾ ਅੱਜ ਕੱਲ੍ਹ ਇੱਕ ਨਵਾਂ ਸਿਸਟਮ ਆਇਆ ਹੈ, ਲੇਜ਼ਰ ਦੇ ਨਾਲ ਨਿਸ਼ਾਨਦੇਹੀ ਹੁੰਦੀ ਹੈ। ਉਹ ਸੌਖੀ ਹੈ, ਉਹਦੇ ਥੋੜਾ ਜਿਹਾ ਖਰਚਾ ਵੱਧ ਆਉਂਦਾ ਹੈ। ਅਗਰ ਆਪਾਂ ਉਹ ਸਿਸਟਮ ਵੱਲ ਨੂੰ ਚੱਲ ਜਾਈਏ ਤਾਂ ਜਿਹੜਾ ਜਰੀਬਾਂ ਖਿੱਚਣ ਵਾਲੇ ਸਿਸਟਮ ਤੋਂ ਅਸੀਂ ਬਚ ਜਾਵਾਂਗੇ, ਕਿਉਂਕਿ ਜੇ ਜਰੀਬਾਂ ਖਿੱਚਣ ਵਾਲੇ ਸਿਸਟਮ 'ਚ ਆਪਾਂ ਆ ਗਏ ਤਾਂ ਲਾਗ ਸਾਡੇ ਸਰਮਾਏਦਾਰ ਲੋਕ ਨੇ ਇਹਨਾਂ ਨੇ ਅਫਸਰਾਂ ਨੂੰ ਸੈੱਟ ਕਰ ਲੈਣਾ ਹੈ। ਪਰ ਜੇ ਆਪਾਂ ਲੇਜ਼ਰ ਦੇ ਨਾਲ ਮਿਣਤੀ ਕਰਾਵਾਂਗੇ ਤਾਂ ਇੱਕ ਜਗ੍ਹਾ ਉਹ ਫਿੱਟ ਹੋ ਜਾਏਗਾ ਕੈਮਰਾ, ਉਹ ਆਪਣੇ ਆਪ ਦੱਸਦਾ ਜਾਏਗਾ ਕਿ ਇੱਥੇ ਪਿੱਲਰ ਲਾ ਦਿਓ। ਉਹਦੇ 'ਚ ਖਰਚਾ ਜ਼ਰੂਰ ਵੱਧਦਾ ਹੈ, ਉਹ ਖਰਚੇ 'ਚ ਵੀ ਅਸੀਂ ਆਪਣੀ ਜਥੇਬੰਦੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੂਰਾ ਯੋਗਦਾਨ ਪਾਵਾਂਗੇ। ਇੱਕ ਜਿਹੜੀ ਬੇਨਤੀ ਉਹ ਇਹ ਹੈ ਕਿ ਕਿਤੇ ਅੱਜ ਜਾ ਕੇ ਵੇਸਲੇ ਨਾ ਹੋ ਜਿਓ। ਆਪਾਂ ਇਹ ਤੋਂ ਬਾਹਰ ਜੁੜੀਏ, ਅਗਲਾ ਪ੍ਰੋਗਰਾਮ ਦਈਏ ਆਪਾਂ ਨੇ ਇੱਥੇ ਕਿੱਦਣ ਇਕੱਠੇ ਹੋਣਾ, ਕਿਵੇਂ ਨਿਸ਼ਾਨਦੇਹੀ ਦਾ ਪ੍ਰਬੰਧ ਕਰਨਾ ਹੈ, ਕੀ ਉਹਦੇ 'ਚ ਲੋੜਾਂ ਨੇ ਉਹਨਾਂ ਨੂੰ ਵਿਚਾਰੀਏ। ਉਹਨਾਂ ਲੋੜਾਂ ਨੂੰ ਵਿਚਾਰ ਕੇ ਆਪਾਂ ਇੱਥੇ ਤੋਂ ਤੁਰੀਏ। ਰਹੀ ਗੱਲ ਜਿਹੜਾ ਇੱਥੇ ਮਿਊਜ਼ੀਅਮ ਵਗੈਰਾ ਬਣਾਉਣੇ ਦੀ, ਸਭ ਤੋਂ ਪਹਿਲਾਂ ਜ਼ਰੂਰੀ ਹੈ ਨਿਸ਼ਾਨਦੇਹੀ। ਜਦੋਂ ਨਿਸ਼ਾਨਦੇਹੀ ਹੋ ਜਾਏਗੀ ਸਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿਹੜੇ ਸਾਈਡ ਤੇ ਕਿੰਨੇ ਆ, ਕਿੱਧਰ ਨੂੰ ਕਿੰਨੇ ਆ। ਉਹਦੇ ਬਾਅਦ ਇਹਦੀ ਜਗ੍ਹਾ ਨੂੰ ਪੱਧਰਾ ਕਰੀਏ, ਫਿਰ ਅਗਲਾ ਵਿਚਾਰ ਹੋਵੇਗਾ ਕਿ ਉਹਨੇ ਆਪਾਂ ਨੇ ਮਿਊਜ਼ੀਅਮ ਬਣਾਉਣਾ ਹੈ ਜਾਂ ਕੋਈ ਅਕੈਡਮੀ ਬਣਾਉਣੀ ਹੈ ਜਿਹੜੀ ਦੇ ਵਿੱਚੋਂ ਮਾਰਸ਼ਲ ਪੈਦਾ ਹੋ ਕੇ IPS IAS PCS ਅਫਸਰ ਬਣ ਕੇ ਜਾਣ, ਤਾਂ ਜੋ ਚੰਡੀਗੜ੍ਹ ਵਰਗਾ ਕੋਈ ਮਸਲਾ ਆਵੇ ਜਾਂ ਡੈਮਾਂ ਦਾ ਮਸਲਾ ਆਵੇ ਉਹ ਸਾਡੇ ਨੌਜਵਾਨ ਉੱਥੇ ਅੜ ਸਕਣ। ਕਿਉਂਕਿ ਅਣਭੋਲ ਲੋਕਾਂ ਨੂੰ ਅੱਧਿਆਂ ਨੂੰ ਇਹ ਨਹੀਂ ਪਤਾ ਚੰਡੀਗੜ੍ਹ ਕੀ ਹੈ ਤੇ ਡੈਮ ਕੀ ਨੇ, MBBM ਕੀ ਹੈ। ਉਹ ਜੇ ਅਸੀਂ ਪੜ੍ਹੇ ਲਿਖੇ ਹੋਵਾਂਗੇ, ਕਿਉਂਕਿ ਸਭ ਤੋਂ ਵਿੱਦਿਆ ਖੋਹ ਲਈ ਗਈ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ 100% ਕੌਮ ਪੜ੍ਹੀ ਲਿਖੀ ਸੀ, ਚਾਹੇ ਉਹ ਹਿੰਦੂ ਸੀ, ਚਾਹੇ ਮੁਸਲਮਾਨ ਸੀ, ਈਸਾਈ ਸੀ, ਜੈਨ ਸੀ, ਬੋਧੀ ਸੀ। ਜਦੋਂ ਅੰਗਰੇਜ਼ ਆਏ ਉਹਨਾਂ ਨੇ ਆਉਂਦੇ ਨਹੀਂ ਫਾਰਸੀ ਸਾਡੀ ਬੰਦ ਕਰਤੀ। ਅਸੀਂ ਸਾਡਾ ਜਿਹੜਾ ਸੂਰਜ ਰਾਜ ਦਾ 1949 ਛਿਪਿਆ, ਅਸੀਂ ਉਹਨੂੰ ਚੜਾਉਣਾ ਚਾਹੁੰਦੇ ਹਾਂ। ਉੱਠੋ, ਉੱਠ ਕੇ ਆਪਣੇ ਰਾਜ ਵੱਲ ਨੂੰ ਵਧੀਏ। ਜਿੰਨੇ ਕੁ ਅੱਜ ਆਪਾਂ ਹੈਗੇ ਆ, ਘੱਟੋ ਘੱਟ ਅਗਲੀ ਮੀਟਿੰਗ ਦੇ ਵਿੱਚ 2-2 ਬੰਦੇ ਆਪਣੇ ਨਾਲ ਹੋਰ ਲੈ ਕੇ ਆਇਓ। ਏਦਾਂ ਹੀ ਆਪਾਂ ਵੱਧਦੇ ਅੱਗੇ ਵਧਾਂਗੇ। ਅਤੇ ਮੈਂ ਬੇਨਤੀ ਕਰਾਂਗਾ ਕਮੇਟੀ ਨੂੰ ਵੀ
कि कमेटी ਨੂੰ ਇਹਨਾਂ ਨੂੰ ਜ਼ਿਲ੍ਹਾ ਲੈਵਲ ਤੇ ਨਾ ਲਿਆਓ, ਕਿਉਂਕਿ ਇਹ ਕੌਮ ਦੀ ਵਿਰਾਸਤ ਹੈ। ਇਹਨੂੰ ਕੌਮੀ ਲੈਵਲ ਤੇ ਲਿਆ ਕੇ ਇੱਕ ਕਮੇਟੀ ਬਣਾਈ ਜਾਵੇ ਤਾਂ ਜੋ ਸਾਰੇ ਨੁਮਾਇੰਦੇ ਹਰ ਸੋਚਦੇ, ਕਿਉਂਕਿ ਮਿਸਲਾਂ ਮੰਗਣਾ ਆਪਾਂ ਮਿਸਲਾਂ ਦੀ ਗੱਲ ਕਰ ਲੈਂਦੇ ਆ, ਪਰ ਆਪਾਂ ਇੱਥੇ ਬਰਦਾਸ਼ਤ ਨਹੀਂ ਕਰਦੇ। ਜੇ ਦੂਜੇ ਜਥੇਬੰਦੀ ਦਾ ਜਥੇਦਾਰ ਆ ਕੇ ਬੋਲਦਾ ਤਾਂ ਦੂਆ ਉਹਦੇ ਲੱਤਾਂ ਖਿੱਚਦਾ, ਦੂਆ ਉਹਦੀਆਂ ਖਿੱਚਦਾ। ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਹੈ ਤਾਂ 12 ਮਿਸਲਾਂ ਪਹਿਲਾਂ ਇਕੱਠੀਆਂ ਹੋ ਕੇ ਬੈਠੀਆਂ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਮੁਖੀ ਮੰਨ ਕੇ ਲੜਾਈਆਂ ਲੜੀਆਂ ਹੈ। ਉਹ ਜਥੇਬੰਦੀਆਂ ਜਦੋਂ ਲੜਦੀਆਂ ਸੀ ਆਪਸ ਵਿੱਚ ਪਈਆਂ ਲੜੀ ਜਾਣ, ਪਰ ਜਦੋਂ ਬਾਹਰ ਦੇ ਕੋਈ ਸ਼ਕਤੀ ਸਾਡੇ ਨਾਲ ਲੜਨ ਆਉਂਦੀ ਸੀ ਤਾਂ ਇਕੱਠੇ ਹੋ ਜਾਂਦੇ ਸੀ। ਪਰ ਅੱਜ ਦੀ ਹਾਲਾਤ ਇਹ ਨੇ ਕਿ ਜਦੋਂ ਬਾਹਰ ਦੇ ਸਾਨੂੰ ਜੁਰਮਾਨੇ ਲੁੱਟਣ ਆਉਂਦੇ ਨੇ, ਅਸੀਂ ਉਸੋ ਟਾਈਮ ਵੀ ਆਪਸ ਵਿੱਚ ਲੜੀ ਜਾਂਦੇ ਆ। ਹੋਈਆਂ ਭੁੱਲਾਂ ਦੀ ਖਿਮਾ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ, ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਇੱਥੇ ਹਾਜ਼ਰੀ ਲਵਾਉਂਦਾ ਹੋਇਆ ਸਮੂਹ ਸੰਗਤਾਂ ਦਾ, ਜੈਲਦਾਰ ਜੀ ਬੈਠੇ ਨੇ, ਬਲਵਿੰਦਰ ਸਿੰਘ ਬੈਠੇ ਨੇ, ਜਗਮਨ ਸਿੰਘ ਜੀ ਪੜੀ ਤੋਂ ਉਹਨਾਂ ਨੂੰ ਮੈਂ ਸੁਨੇਹਾ ਲਾਇਆ ਸੀ, ਆਏ ਨੇ। ਸਾਡੇ ਕੁਲਵੰਤ ਸਿੰਘ ਜੀ ਸਰਾਲੀ ਤੋਂ ਬੈਠੇ ਨੇ, ਹੋਰ ਬਹੁਤ ਵੀਰ ਨੇ, ਸ਼ਿਵ ਸਿੰਘ ਜੀ ਕੋਟਾ ਤੋਂ ਬੈਠੇ ਨੇ, ਹਰਨਾਮ ਸਿੰਘ ਜੀ ਮੇਰੇ ਆਪਣੇ ਨਗਰ ਤੋਂ ਬੈਠੇ ਨੇ, ਹੋਰ ਰਵਿੰਦਰ ਸਿੰਘ ਜੀ ਸਾਡੇ ਆਪਣੇ ਨਗਰ ਤੋਂ ਨੇ, ਰਣਧੀਰ ਸਿੰਘ ਪੰਚ ਮੇਰੇ ਪਿੰਡ ਤੋਂ ਮੇਰੇ ਨਾਲ ਆਏ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਇਹ ਸਨ ਭਾਈ ਰਣਜੀਤ ਸਿੰਘ ਜੀ। ਹੁਣ ਮੈਂ ਬੇਨਤੀ ਕਰਦਾ ਜਗਮਨ ਸਿੰਘ ਪੜੀ ਉਹ ਸਟੇਜ ਤੇ ਆ ਜਾਣ। ਸਾਡੇ ਕੋਲ 3 ਬੁਲਾਰੇ ਹੋਰ ਹਨ। ਸਰਦਾਰ ਮਲਕੀਤ ਸਿੰਘ ਜੀ ਛੱਜਾ, ਜੈ ਜਵਾਨ ਜੈ ਕਿਸਾਨ। ਜਥੇਦਾਰ ਫੌਜਾ ਸਿੰਘ ਜੀ ਨੂੰ ਬੇਨਤੀ ਹੈ ਉਦੋਂ ਤੱਕ 2 ਮਿੰਟ ਜਥੇਦਾਰ ਫੌਜਾ ਸਿੰਘ ਜੀ ਜਾਨੂੰ ਜਗਮਨ ਸਿੰਘ ਪੜੀ ਜੀ ਸਟੇਜ ਤੇ ਆ ਜਾਣ। ਸਿਰਫ 2 ਮਿੰਟ ਦਾ ਸਮਾਂ ਲਾਇਓ ਕਿਉਂਕਿ ਸਮੇਂ ਸਿਰ ਸਮਾਪਤੀ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟੱਲ। ਅੱਜ ਮਹਾਰਾਜਾ ਰਣਜੀਤ ਸਿੰਘ ਦੀ ਅਸਥਾਨ ਤੇ ਪਹੁੰਚੀ ਸੰਗਤ ਨੂੰ ਫਤਿਹ ਕਾਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਪਹਿਲਾਂ ਵੀ ਕਈ ਗੱਲਾਂ ਧਰਨੇ ਲਾ ਲਏ ਅਸੀਂ, ਪਰ ਜਦ ਟਾਈਮ ਆਉਣਾ ਜਦੇ ਗੱਲ ਨੇ ਬਣਨਾ। ਅੱਜ ਜਿਹੜੇ ਉਰੇ ਬੈਠੇ ਆ ਆਪਣੀ ਜਾਗਦੀ ਜ਼ਮੀਰ ਵਾਲੇ ਆ, ਇਹ ਲੜਾਈਆਂ ਜਾਗਦੀ ਜ਼ਮੀਰ ਵਾਲੇ ਲੜ ਸਕਦੇ ਆ। ਕੱਲਾ ਇਨਸਾਨ ਕੋਈ ਬੜਾ ਨਹੀਂ ਹੁੰਦਾ, ਸੰਗਤ ਦੇ ਨਾਲੇ ਲੜਾਈ ਲੜ ਹੋਣੀ ਆ। ਲੜਾਈਆਂ ਬਹੁਤ ਆ। ਅੱਜ ਸਾਡੇ ਹੱਕ ਖੋਏ ਜਾ ਰਹੇ ਆ, ਡਾਕਾ ਪੈ ਰਿਹਾ ਸਾਡੇ ਹੱਕਾਂ ਤੇ। ਇਹ ਸ਼੍ਰੋਮਣੀ ਕਮੇਟੀ ਦੇ ਫਰਜ਼ ਸੀਗੇ, ਅਸੀਂ ਵੋਟਾਂ ਪਾ ਕੇ ਜਿਨ੍ਹਾਂ ਨੂੰ ਅੱਗੇ ਲਿਆਉਣੇ ਆ। ਜੇ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜ਼ ਨਿਭਾਏ ਹੋਏ ਹੁੰਦੇ ਸਾਨੂੰ ਇੱਥੇ ਕੀ ਲੋੜ ਸੀਗੀ। ਇੱਥੇ ਤਾਂ ਮੇਲੇ ਲੱਗਣੇ ਚਾਹੀਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦੇ, ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ ਸੀਗਾ। ਇੱਥੇ ਵਧੀਆ ਯਾਦਗਾਰ ਬਣਨੀ ਚਾਹੀਦੀ ਹੈ, ਮਿਊਜ਼ੀਅਮ ਬਣਨਾ ਚਾਹੀਦਾ, ਤਾਂ ਕਿ ਅਸੀਂ ਹਰ ਟਾਈਮ ਇਸ ਲੜਾਈ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਵੀ ਜਾਣਾ ਪਿਆ ਉੱਥੇ ਜਾਵਾਂਗੇ, ਮੂਹਰੇ ਹੋ ਕੇ ਚੱਲਾਂਗੇ। ਆਪਣੀ ਪਾਰਟੀ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੋਗਿੰਦਰ ਸਿੰਘ ਜੀ ਭਾਊ ਜਿਹੜੇ ਹਰ ਮੀਟਿੰਗ ਦੇ ਵਿੱਚ ਸਵੇਰ ਦੇ ਸੇਵਾ ਵੀ ਨਿਭਾ ਰਹੇ ਹਨ, ਉਹ ਵੀ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਉਣਗੇ। ਉਹਨਾਂ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਜੀ ਬਣਵੈਤ ਜਿਹੜੇ ਕੈਨੇਡਾ ਦੀ ਧਰਤੀ ਤੋਂ, ਮੈਂ ਫਿਰ ਕਹਿਣ ਲੱਗਾ ਕਿ ਉਹ ਬੱਸ ਲੈ ਕੇ ਪੈਦਲ ਜਿਹੜੇ ਬੱਸ ਦੇ ਉੱਤੇ ਚੜ੍ਹ ਕੇ ਸੰਗਤਾਂ ਦੇ ਨਾਲ ਪਾਕਿਸਤਾਨ ਤੋਂ ਹੁੰਦੇ ਹੋਏ ਨਵਾਂ ਸ਼ਹਿਰ ਵਿੱਚ ਪਹੁੰਚੇ ਹਨ। ਹਰ ਪੰਥਕ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਆ ਵੀ ਇਸ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਗੇ। ਸਾਡੇ ਕੋਲ ਬੁਲਾਰੇ ਤਾਂ ਹੋਰ ਵੀ ਮੈਨੂੰ ਬਹੁਤ ਦਿਸ ਰਹੇ ਹਨ। ਸਰਦਾਰ ਪਰਮਜੀਤ ਸਿੰਘ ਜੀ ਪੱਲੀ ਚੱਕੀ ਬੈਠੇ ਹਨ। ਕੁਲਵਿੰਦਰ ਸਿੰਘ ਜੀ ਪੱਲੀ ਚੱਕੀ ਜਿਹੜਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਨ, ਉਹ ਵੀ ਬੜੀ ਵੱਡੀ ਸੰਗਤ ਲੈ ਕੇ ਨਾਲ ਆਏ ਹਨ ਸਵੇਰੇ। ਸੋ ਸਮਾਂ ਬਣਦਾ ਰਹਿਣਾ, ਕੋਈ ਗੱਲ ਨਹੀਂ, ਫਿਰ ਮੇਲੇ ਲੱਗਦੇ ਰਹਿਣੇ, ਫਿਰ ਕਾਨਫਰੰਸਾਂ ਹੁੰਦੀਆਂ ਰਹਿਣੀਆਂ। ਬੜਾ ਲੰਬਾ ਸਮਾਂ ਆਪਣੇ ਕੋਲ, ਕੋਈ ਫਿਕਰ ਨਹੀਂ ਕਰਨਾ। ਸਤਨਾਮ ਸਿੰਘ ਜੀ ਭਾਰਾਪੁਰ ਸਾਹਿਬ ਬੈਠੇ ਆ। ਸਾਰਿਆਂ ਨੂੰ ਜਦੋਂ ਸਮੇਂ ਦੇ ਮੁਤਾਬਕ ਸਾਰਿਆਂ ਨੂੰ ਅੱਗੇ ਤੋਂ ਅੱਗੇ ਸਮਾਂ ਦਿੱਤਾ ਜਾਇਆ ਕਰੂਗਾ। ਸੋ ਹੁਣ ਮੈਂ ਬੇਨਤੀ ਕਰਦਾ ਸਰਦਾਰ ਜੋਗਿੰਦਰ ਸਿੰਘ ਭਾਊ ਜੀ ਨੂੰ ਉਹ ਸੰਗਤਾਂ ਨੂੰ ਫਤਿਹ ਬੁਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਇੱਥੇ ਅੱਜ ਤੋਂ 5-7 ਸਾਲ ਪਹਿਲਾਂ ਵੀ ਆਪਾਂ ਉਪਰਾਲਾ ਕੀਤਾ ਸੀ ਮਾੜਾ ਜਿਹਾ, ਪਰ ਉਹਦੇ ਵਿੱਚ ਮੈਨੂੰ ਇੰਨੀ ਗੱਲ ਦਾ ਪਤਾ ਨਹੀਂ ਸੀ। ਮੈਨੂੰ ਗਰੇਵਾਲ ਸਾਹਿਬ ਨੇ ਦੱਸਿਆ ਵੀ ਇਹ ਸਰਕਾਰ ਦੀ ਪ੍ਰਾਪਰਟੀ ਹੁੰਦੀ ਆ। ਉਹ ਮੈਂ ਕਿਹਾ ਚਲੋ ਠੀਕ ਆ ਜੀ, ਅਸੀਂ ਫਿਰ ਚੁੱਪ ਕਰ ਗਏ। ਉਦੋਂ ਅਸੀਂ ਢਿੰਗਰੀਆਂ ਵੱਢ ਵੱਢ ਕੇ ਉੱਤੇ ਆਏ। ਫਿਰ ਸਰਦਾਰ ਰਣਜੀਤ ਸਿੰਘ
ਉਧਰੋਂ ਸਰਦਾਰ ਗੁਰਚਰਨ ਸਿੰਘ ਜੀ, ਸਰਦਾਰ ਬਹਾਦਰ ਸਿੰਘ ਜੀ, ਇਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ। ਬੜੀ ਮਨ ਨੂੰ ਖੁਸ਼ੀ ਹੈ ਬਈ, ਸ਼ੁਕਰ ਆ ਜੇ ਕਿਸੇ ਨੂੰ ਖਾਲਸੇ ਰਾਜ ਦਾ ਹੋਣੀ ਤੇ ਪਤਾ ਲੱਗ ਗਿਆ, ਕਿਉਂਕਿ 70-75 ਸਾਲ ਤੋਂ ਤਾਂ ਪਤਾ ਲੱਗਾ ਹੀ ਨਹੀਂ, ਅੱਜ ਸਾਨੂੰ ਪਤਾ ਲੱਗ ਗਿਆ। ਅੱਜ ਅਸੀਂ ਜੇ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ ਜਾਂ ਕਿਸੇ ਹੋਰ ਦੀ ਗੱਲ ਕਰਦੇ ਆ ਨਾ, ਤੇ ਬੜੀ ਹੋਰ ਤਰ੍ਹਾਂ ਸ਼ਰਮ ਆਉਂਦੀ ਹੈ ਵੀ ਗੱਲ ਕਿਹਦੀ ਕਰੀਏ। ਅੱਜ ਸਾਨੂੰ ਹੀ ਪਤਾ ਲੱਗਾ ਇਸ ਗੱਲ ਦਾ। ਸਾਡੇ ਤੇ ਕੋਈ ਰਾਜ ਨਹੀਂ, ਕੋਈ ਭਾਗ ਨਹੀਂ। ਜੇ ਇੱਥੇ 2 ਲੱਖ ਰੁਪਇਆ ਢੀਂਡਸਾ ਦੇ ਗਿਆ, ਉਹ ਮੁੜ ਕੇ ਹੋਰ ਤਰ੍ਹਾਂ ਦੀਆਂ ਲਾਪਿਆ ਕਹਾਣੀਆਂ ਪਾਉਣ, ਉਹਨੇ ਵੀ ਨਹੀਂ ਆ ਕੇ ਮੁੜ ਕੇ ਪਤਾ ਲਿਆ। ਤੁਹਾਡਾ ਤੇ ਰਾਜ ਰਿਹਾ, ਪੱਥਰ ਲਾਉਣ ਦਾ ਰਾਜ ਰਿਹਾ। ਆ ਮੈਂ ਬਾਬਿਆਂ ਨੂੰ ਬੇਨਤੀ ਕਰਾਂ, ਅੱਜ ਕਿਸੇ ਗੁਰਦੁਆਰੇ ਦੀ ਕਾਰ ਸੇਵਾ ਦਿਓ ਤੇ ਹਸਕਦੀ ਇਹਨਾਂ ਨੂੰ, ਮਿੰਟ 'ਚ ਉੱਥੇ ਜਾ ਕੇ ਟੈਂਡਰ ਭਰਨ ਨੂੰ ਚੱਲ ਜਾਂਦੇ ਆ। ਆਹ ਟੈਂਡਰ ਕਿਸੇ ਨੂੰ ਨਹੀਂ ਲੱਭਾ, ਇਹਨਾਂ ਨੂੰ ਆਹ ਟੈਂਡਰ ਕਿਹਨੇ ਦੱਸਣਾ? ਪਰ ਤੁਸੀਂ ਆ ਕੇ ਤੇ ਬਾਬੇ ਲੰਮੇ ਚੋਲੇ ਪਾ ਕੇ ਤੇ ਭੈਣੇ ਕੁੜਤੀਆਂ ਪਾ ਕੇ ਤੇ ਲੋਕਾਂ ਦੀਆਂ ਕਣਕਾਂ ਲੈ ਕੇ ਤੇ ਝੋਨੇ ਲੈ ਕੇ ਤੇ ਤੁਰੇ ਫਿਰਦੇ ਜੇ। ਤੁਹਾਨੂੰ ਇਹ ਨਹੀਂ ਲੱਭਦਾ ਵੀ ਆ ਵੀ ਖਾਲਸੇ ਦੀ ਕੋਈ ਵਿਰਾਸਤ ਹੈਗੀ ਜਿਹਨੂੰ ਅਸੀਂ ਸਾਹਮਣਾ, ਸਿਰਫ ਸਾਹਮਣਾ ਕਿਹਨੂੰ ਆ? ਗੁਰਦੁਆਰੇ ਦੀ ਕਾਰ ਸੇਵਾ ਦਿਓ। ਉੱਥੇ ਸੰਗਤ ਤੇ ਬੀਬੀਆਂ ਆ ਜਾਂਦੀਆਂ ਭਾਂਡੇ ਮਾਂਜਣ ਲਈ, ਸਾਡੇ ਵਰਗੇ ਤਲਸੇ ਚੁੱਕਣ ਵਾਸਤੇ ਮਾਈਕ ਘਰਾਂ ਦੇ ਵਿੱਚ ਰੱਖੇ ਆ, ਜਾ ਕੇ ਤਸਲੇ ਚੁੱਕਦੇ ਫਿਰਦੇ ਆ ਉਹਨਾਂ ਦੇ। ਸਾਨੂੰ ਨਹੀਂ ਲੱਭਦਾ ਵੀ ਅਸੀਂ ਕਿੱਥੇ ਖੜੇ ਆ। ਜੇ ਸਿੱਖ ਰਾਜ ਦੀ ਕੋਈ ਗੱਲ ਕਰਨੀ ਆ, ਇਹ ਸਿੱਖੀ ਵਾਸਤੇ ਤੁਰੇ ਫਿਰਦੇ ਆ ਅੱਜ ਲੰਮੇ ਚੋਲੇ ਪਾ ਕੇ। ਜੇ ਸਿੱਖ ਨਾ ਹੁੰਦੇ ਤਾਂ ਕਿਤੇ ਵੀ ਸੀ ਗੱਲ ਬਣਨੀ ਇਹਨਾਂ ਦੀ। ਇਹ ਲੰਮੇ ਚੋਲੇ ਨਹੀਂ ਸੀ, ਤਿਲਕਧਾਰੀ ਬਣਨਾ ਸੀ ਲੋਕਾਂ ਨੇ। ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ, ਉਹ ਮਾਇਆ ਮੈਂ ਇਕੱਠੀ ਕੀਤੀ ਆ, ਇੱਥੇ ਕੋਈ 4 ਟਰੱਕ ਜਿਹੜੇ ਲਿਆ ਕੇ ਸੀਮੈਂਟ ਦੇ ਸਿੱਟ ਦਿਓ, ਕੋਈ 4 ਟਰੱਕ ਪੱਥਰਾਂ ਦੇ ਲਾ ਦਿਓ, ਜਿਹਦੇ ਉੱਤੇ ਅਸੀਂ ਕੋਈ ਜਾ ਕੇ ਤੇ ਤੁਹਾਡਾ ਵੀ ਨਾਂ ਲੈ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਾਬਾ ਜੋਗਿੰਦਰ ਸਿੰਘ ਜੀ ਜ਼ਿਲ੍ਹੇ ਬਜ਼ੁਰਗ ਹੋ ਚੁੱਕੇ ਹਨ, ਕਰੰਟ ਹਜੇ ਬਹੁਤ ਜ਼ਿਆਦਾ ਹੈ। ਇਦਾਂ ਦੇ ਕਰੰਟ ਵਾਲੇ ਬਜ਼ੁਰਗ ਚਾਹੀਦੇ ਆ ਜਿਨ੍ਹਾਂ ਨੇ ਬਦਲਾਵ ਲੈ ਕੇ ਆਉਣਾ। ਮੈਨੂੰ ਬਨਬੈਜ ਸਾਹਿਬ ਨੇ ਇੱਕ ਕਿਹਾ ਕਿ 1 ਮਿੰਟ ਦੀ ਕਵਿਤਾ ਹੈ, ਸਾਰਿਆਂ ਨੂੰ ਬੋਲ ਕੇ ਜ਼ਰੂਰ ਸੁਣਾ ਦਿਓ। ਸ਼ੇਰੇ ਪੰਜਾਬ ਬਾਰੇ ਲਿਖਿਆ ਕਿਸੇ ਕਵੀ ਨੇ, ਬਹੁਤ ਸ਼ਾਨਦਾਰ। ਕਹਿੰਦੇ ਇੱਕ ਪਾਸੇ ਗੋਰੇ ਧਾੜਵੀ, ਦੂਜਾ ਖਾਲਸੇ ਦੀ ਸਰਕਾਰ। ਇਹ ਉਦੋਂ ਖਾਲਸਾ ਰਾਜ ਦੇ ਟਾਈਮ ਦੀ ਗੱਲ ਕੀਤੀ ਆ। ਇੱਕ ਪਾਸੇ ਗੋਰੇ ਧਾੜਵੀ, ਦੂਜੇ ਖਾਲਸੇ ਦੀ ਸਰਕਾਰ ਹੈ, ਬਣਿਆ ਹੋਇਆ ਸੰਤਰੀ ਬਗੇ ਸਤਲੁਜ ਦੋਹਾਂ ਵਿਚਕਾਰ। ਇੱਕ ਦੱਬੀ ਬੈਠਾ ਹਿੰਦ ਨੂੰ, ਪਰ ਖਾਲਸੇ ਅੱਗੇ ਲਾਚਾਰ। ਪਉ ਖਾਂਦਾ ਥਰ ਥਰ ਕੰਬਦਾ ਹੈ, ਅੱਗੇ ਸਿੰਘ ਸਰਦਾਰ। ਫਲੋਰੋਂ ਹੁੰਦੀ ਪਿਸ਼ੌਰ ਤੱਕ ਹੈ ਜਿਸ ਦੀ ਜੈ ਜੈਕਾਰ। ਸਾਹ ਉੱਚੇ ਲੈਣ ਨਾ ਧਾੜਵੀ ਹੈ, ਵਿੱਚ ਲਾਹੌਰ ਦਰਬਾਰ। ਨਾ ਜੁਰਤ ਹੈ ਸਾਹਮਣੇ ਆਉਣ ਦੀ, ਪਰ ਅੰਦਰੋਂ ਖਾਂਦਾ ਖਾਰ। ਉਸ ਮਹਾਰਾਜੇ ਰਣਜੀਤ ਸਿੰਘ ਦੀ ਇਹ ਟਿੱਬੀ ਯਾਦਗਾਰ, ਇਹ ਟਿੱਬੀ ਯਾਦਗਾਰ ਜਿੱਥੇ ਅੱਜ ਦਾ ਬੈਠੇ ਆ। ਬਹੁਤ ਸੁੰਦਰ ਲਾਈਨਾਂ ਕਿਸੇ ਨੇ ਲਿਖੀਆਂ। ਕਹਿੰਦੇ ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ, ਜਾ ਕੇ ਪੁੱਛ ਲਓ ਮੁਗਲ ਦਰਬਾਰ ਕੋਲੋਂ। ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ, ਜਾ ਕੇ ਪੁੱਛ ਲਓ ਮੁਗਲ ਦਰਬਾਰ ਕੋਲੋਂ। ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ, ਜਾ ਕੇ ਪੁੱਛ ਲਿਓ ਡੈਰ ਪਰਿਵਾਰ ਕੋਲੋਂ। ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ, ਆਪਣੇ ਹੱਕਾਂ ਦੀ ਹਰ ਇੱਕ ਮੰਗ ਉੱਤੇ, ਆਪਣੇ ਹੱਕਾਂ ਦੀ ਹਰ ਇੱਕ ਮੰਗ ਉੱਤੇ। ਹੁਣ ਮੈਂ ਬਹੁਤ ਹੀ ਸਤਿ ਸ੍ਰੀ ਅਕਾਲ। ਹੁਣ ਮੈਂ ਬਹੁਤ ਅਦਬ ਸਤਿਕਾਰ ਦੇ ਨਾਲ ਜਕਾਰਾ ਲਾਵਾਂਗਾ, ਕਿਉਂਕਿ ਸਰਦਾਰ ਗੁਰਚਰਨ ਸਿੰਘ ਜੀ ਬਨਬੈਤ ਜਿਨ੍ਹਾਂ ਨੇ ਮੋਹਰੇ, ਦੇਖੋ ਇੰਜਣ ਬਣਨਾ ਔਖਾ ਹੁੰਦਾ ਹੈ। ਜਿਹੜੇ ਜਦੋਂ ਇੰਜਣ ਮੋਹਰੇ ਤਕੜਾ ਲੱਗ ਜਾਵੇ ਨਾ, ਤੇ ਡੱਬੇ ਤਾਂ ਆਪਣੇ ਆਪ ਹੀ ਭੱਜੇ ਜਾਂਦੇ, ਮੁੜ ਕੇ ਫਿਕਰ ਕਰਨ ਦੀ ਲੋੜ ਨਹੀਂ। ਤੋ ਇੰਜਣ ਸਾਨੂੰ ਮਿਲ ਗਏ। ਸਰਦਾਰ ਗੁਰਚਰਨ ਸਿੰਘ ਜੀ ਬਨਬੈਤ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਰੀਆਂ ਸੰਗਤਾਂ ਦਾ ਸਮੁੱਚੇ ਤੌਰ ਤੇ ਜਿੰਨੇ ਲੀਡਰ ਸਾਹਿਬਾਨ ਚੱਲ ਕੇ ਆਏ ਹਨ, ਵੈਸੇ ਤਾਂ ਸਾਰੇ ਹੀ ਲੀਡਰ ਇੱਥੇ ਪਹੁੰਚੇ ਆ, ਆਮ ਸੰਗਤ ਤਾਂ ਥੋੜੀ ਆ, ਜਿੰਨੇ ਸਾਰੇ ਹੀ ਆਪਣੇ ਆਪਣੇ ਇਲਾਕੇ ਦੇ ਲੀਡਰ ਇੱਥੇ ਪਹੁੰਚੇ ਆ, ਸਮੁੱਚੇ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਨ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣ, ਕਿਉਂਕਿ ਬੋਲਦਿਆਂ ਤੋਂ ਬਹੁਤ ਕਮੀਆਂ ਰਹਿ ਜਾਂਦੀਆਂ ਹਨ। ਕਿਸੇ ਦਾ ਨਾਂ ਲੈਣੋਂ ਰਹਿ ਜਾਂਦਾ ਹੈ, ਕਿਸੇ ਨੂੰ ਟਾਈਮ ਦੇਣ ਤੋਂ ਰਹਿ ਜਾਂਦਾ ਹੈ, ਪਰ ਫਿਰ ਵੀ ਅਸੀਂ ਸਮੇਂ ਮੁਤਾਬਕ 5-10 ਮਿੰਟ ਉੱਤੇ ਹੋਏ ਆ, ਸਮੇਂ ਮੁਤਾਬਕ ਅਸੀਂ ਜਿਹੜੀ ਉਹ ਸਮਾਪਤੀ ਕਰਨ ਜਾ ਰਹੇ ਹਾਂ। ਮੈਂ ਸਰਦਾਰ ਗੁਰਚਰਨ ਸਿੰਘ ਜੀ ਬਨਬੈਤ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਮਾਈਕ ਤੇ ਆਣ। ਲੰਗਰ ਜਿਹੜਾ ਗੁਰੂ ਕਾ ਤਿਆਰ ਹੈ, ਸਿਰਫ 2 ਮਿੰਟ ਵੇਟ ਕਰ ਲਓ। ਸਾਰਿਆਂ ਨੇ ਆਪਾਂ ਇਕੱਠਿਆਂ ਨੇ ਲੰਗਰ ਛਕ ਕੇ ਸਾਰਿਆਂ ਨੇ ਜਾਣਾ, ਆਪਣੇ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ। ਅਗਲਾ ਪ੍ਰੋਗਰਾਮ ਵੀ ਤਿਆਰ ਕਰਨਾ, ਅਗਲਾ ਪ੍ਰੋਗਰਾਮ ਕਦੋਂ ਰੱਖਣਾ ਉਹ ਵੀ ਜਿਹੜੀ ਕਮੇਟੀ ਹੈ, ਇਸ ਦੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਬੈਠ ਕੇ। ਸਰਦਾਰ ਗੁਰਚਰਨ ਸਿੰਘ ਜੀ ਬਨਬੈਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਤੁਸੀਂ ਤੇ ਅਸੀਂ ਦੂਰ ਦਰਾਂਡਿਓਂ ਚੱਲ ਕੇ ਜੁੜੇ ਆ ਕਿਸੇ ਦੀ ਯਾਦ ਦੇ ਵਿੱਚ। ਇਹ ਯਾਦ ਕਿਸ ਦੀ ਹੈ? ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ। ਸਾਡੇ ਬਜ਼ੁਰਗ ਨੇ। ਬੀਬੀ ਜੀ ਬੇਨਤੀ ਆ, ਜਾਂ ਤਾਂ ਅਸੀਂ ਬੋਲੀਏ ਜਾਂ ਤੁਸੀਂ ਬੋਲੋ। ਸਵੇਰ ਤੋਂ ਲੈ ਕੇ ਸਟੇਜ ਦੇ ਉੱਤੇ ਬੜਾ ਹੀ ਨਜ਼ਾਰਾ ਆਇਆ ਸਾਨੂੰ। ਬੈਠੇ ਨੇ ਪੜ੍ਹਿਓ ਲਿਖਿਓ ਲੋਕ ਹੁੰਦੇ ਹੋਏ ਆ ਸਾਡੀ ਜਿਹੜੀ ਵਿਰਾਸਤ ਹੈ ਇਹਨੂੰ ਖਰਾਬ ਕਰ ਰਹੇ ਨੇ। ਮੈਂ ਕਿਸੇ ਦੇ ਬਰਖਲਾਫ ਨਹੀਂ ਬੋਲਣਾ ਚਾਹੁੰਦਾ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਡੀ ਕੌਮ ਨੂੰ ਅੱਜ ਤੱਕ ਕਿਸੇ ਨੇ ਵੀ ਕੋਈ ਪ੍ਰੋਗਰਾਮ ਨਹੀਂ ਦਿੱਤਾ। ਸਾਡੀਆਂ ਯਾਦਾਂ ਸਾਰਿਆਂ ਨੂੰ ਪਤਾ, ਸਾਡੀਆਂ ਯਾਦਾਂ ਆ, ਹਰ ਇੱਕ ਚੀਜ਼ ਦਾ ਪਤਾ, ਖਾੜਕੂ ਬਾਦ ਦਾ ਵੀ ਪਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਫੋਰਨ ਮਿਨਿਸਟਰ ਸੀ ਅਜੀਜ਼ੁਦੀਨ, ਉਸ ਦਾ ਪੜਪੋਤਾ ਲਾਹੌਰ ਦੇ ਵਿੱਚ ਆ। ਉਹਦੇ ਕੋਲ ਐਡਾ ਵੱਡਾ ਖਜ਼ਾਨਾ ਪਿਆ ਤੁਹਾਡਾ ਸਿੱਖਾਂ ਦਾ ਕਿ ਅਨਬਲੀਵੇਬਲ। ਮੈਨੂੰ ਉਹਦਾ ਟੈਲੀਫੋਨ ਆਇਆ ਕਿ ਤੂੰ ਮੈਨੂੰ ਮਿਲ। ਮੈਂ ਗਿਆ, ਮੈਂ ਮਿਲਿਆ ਉਹਨਾਂ ਨੂੰ। ਉਹ ਮਹਾਰਾਣੀ ਜਿੰਦਾ ਦੇ ਦੁਸ਼ਾਲੇ, ਮਹਾਰਾਜਾ ਦਲੀਪ ਸਿੰਘ ਦੇ, ਮਹਾਰਾਜਾ ਰਣਜੀਤ ਸਿੰਘ ਦਾ ਜੋ ਵੀ ਸਮਾਨ ਆ ਉੱਥੇ ਪਿਆ ਉਹਨਾਂ ਦੇ ਕੋਲ। ਫਿਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ PhD ਕੀਤੀ ਆ ਇਸ ਨਿਸ਼ਾਨ ਸਾਹਿਬ ਦੇ ਉੱਤੇ। ਇੱਕ ਮੁਸਲਮਾਨ ਨੇ। ਲੱਖ ਲਾਹਨਤ ਆ ਸਾਡੇ। ਅਸੀਂ ਆ ਇੱਕ ਹਫ਼ਤੇ ਤੋਂ 2 ਹਫ਼ਤੇ ਤੋਂ ਇੰਨੀਆਂ ਐਡਵਰਟਾਈਜ਼ਮੈਂਟਾਂ ਕਰਦੇ ਆ, ਮੇਰਾ ਖਿਆਲ ਸਾਡਾ ਲੱਖ ਰੁਪਈਆ ਲੱਗ ਗਿਆ ਹੋਣਾ। ਆ 4 ਕਈ ਆਦਮੀ ਅਸੀਂ ਖਾਲਿਸਤਾਨ ਚਾਹੁੰਦੇ ਆ, ਰਾਜ ਸਿੱਖਾਂ ਦਾ ਰਾਜ ਇਹੀ ਚਾਹੁੰਦੇ ਆ ਆਪਾਂ। ਬੜੇ ਬੋਰਡ ਲਾ ਕੇ ਬੜੀਆਂ ਨਿਸ਼ਾਨ ਸਾਹਿਬ ਲੈ ਕੇ ਦੌੜੇ ਭੱਜੇ ਫਿਰਦੇ ਆ। ਉਹ ਬਗੈਰ ਕਿਸੇ ਹੈਡ ਤੋਂ ਤੁਸੀਂ ਨੱਠੇ ਭੱਜੇ ਫਿਰਦੇ ਆ। ਯਹੂਦੀਆਂ ਦਾ ਕੰਮ ਆ। ਯਹੂਦੀ ਕਹਿੰਦੇ ਜੇ ਮੇਰੇ ਪੁੱਤ 3 ਨੇ ਨਾ, ਜਿਹਦੇ ਪੁੱਤ 3 ਆ, ਇੱਕ ਨੂੰ ਡਾਕਟਰ ਬਣਾਉਂਦਾ, ਇੱਕ ਨੂੰ ਲਾਇਰ ਬਣਾਉਂਦਾ, ਇੱਕ ਹੁੰਦਾ ਬਿਜ਼ਨਸਮੈਨ। ਜੇ ਬਿਜ਼ਨਸਮੈਨ ਨੂੰ ਲੋੜ ਪੈ ਗਈ ਲਾਇਰ ਦੀ, ਉਹਦੇ ਘਰ ਲਾਇਰ ਆਪਣਾ ਆ। ਜੇ ਡਾਕਟਰ ਦੀ ਜ਼ਰੂਰਤ ਪੈ ਗਈ ਡਾਕਟਰ ਆਪਣਾ। ਉਹ ਕਹਿੰਦਾ ਪੈਸਾ ਕੋਲ ਹੋਵੇ ਤਾਂ ਤੁਸੀਂ ਸਮੁੰਦਰ ਦੇ ਵਿੱਚ ਸੜਕ ਬਣਾ ਸਕਦੇ ਆ। ਅੱਜ ਦੁਨੀਆ ਤੇ ਰਾਜ ਕਰਦੇ ਆ। ਅਮਰੀਕਾ ਨੂੰ ਘੇਰਿਆ ਹੋਇਆ ਯਹੂਦੀਆਂ ਨੇ। ਭਾਈ ਪਾਲ ਸਿੰਘ ਜੀ ਬੈਠੇ, ਅਸੀਂ ਬੜਾ ਟਾਈਮ ਜ਼ਿੰਦਗੀ ਦਾ ਗੁਜ਼ਾਰਿਆ, ਮੌਂਟਰੀਅਲ ਵੀ ਤੇ ਹੋਰ ਜਗ੍ਹਾ ਵੀ ਗੁਜ਼ਾਰਿਆ, ਜਿਨ੍ਹਾਂ ਨੇ ਕੌਮ ਦੀ ਖਾਤਰ 7 ਸਾਲ ਇੱਥੇ ਜੇਲਾਂ ਕੱਟੀਆਂ ਔਰ ਕੁੱਟਾਂ ਖਾਧੀਆਂ। ਤੁਹਾਡੇ ਕੋਲ ਬੈਠੇ ਨੇ। ਤੇ ਉਹ ਜਦੋਂ ਬੋਲਦੇ ਸੀ ਤੇ ਪਿੱਛੋਂ ਕੁੜਕੁੜ ਹੋ ਰਹੀ ਆ। ਮੈਂ ਜ਼ਿਆਦਾ ਨਹੀਂ ਉਹਨੂੰ ਰੋਣਾ ਚਾਹੁੰਦਾ। ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਗਰ ਅਸੀਂ ਇੱਥੇ ਇਕੱਠੇ ਹੋਏ ਆ ਜਾਂ ਥੋੜੇ ਆ ਜਾਂ ਜ਼ਿਆਦਾ ਆ, ਇੱਕ ਪਲੈਨਿੰਗ ਬਣਾਓ। ਅਸੀਂ ਕੀ ਕਰਦੇ ਆ ਕਿ ਆਪਣੀ ਫਾਈਨੈਂਸ ਦੀ ਪ੍ਰੋਬਲਮ ਹੁੰਦੀ ਆ ਹਰ ਇੱਕ ਨੂੰ ਕਿ ਯਾਰ ਪੈਸੇ ਕਿੱਥੋਂ ਇਕੱਠੇ ਕਰੀਏ। ਜੇ ਤਾਂ ਮਾੜਾ ਮੋਟਾ ਗੁਜ਼ਾਰਾ ਚੱਲਦਾ, ਜੇ ਤੇਲ ਮਹਿੰਗਾ, ਸਭ ਕੁਝ ਮਹਿੰਗਾ, ਉਹ ਪੈਸੇ ਇਕੱਠੇ ਕਰਕੇ ਯਾਰ ਬਣਵੈਤ 10,000 ਦੇ ਦੇ, 5,000 ਦੇ ਦੇ। ਕੋਈ ਕਿਸੇ ਪਾਸੇ ਜਾਂਦਾ, ਕੋਈ ਕਿਸੇ ਪਾਸੇ ਦਿੰਦਾ ਨਹੀਂ। ਅਸੀਂ ਇੱਕ ਮੈਂਬਰਸ਼ਿਪ ਖੋਲੀਏ ਸਾਰੇ ਜਾਣੇ ਮਿਲ ਕੇ, ਜਿਹੜਾ ਕਿ 1 ਰੁਪਈਆ ਤੁਸੀਂ ਜਮਾ ਕਰਨਾ ਸਿਰਫ ਦਿਹਾੜੀ ਦਾ। ਜੇਕਰ 1 ਰੁਪਈਆ ਅਸੀਂ ਦੇਵਾਂਗੇ, ਆਪਣੇ ਆਪਣੇ ਮੈਂਬਰ ਬਣਾਓ। ਜੇ ਅਸੀਂ ਕਰੋੜ ਮੈਂਬਰ ਬਣਾ ਲੈਂਦੇ ਆ ਤਾਂ ਕਰੋੜ ਰੁਪਈਆ ਤੁਹਾਡਾ ਇਕੱਠਾ ਹੋ ਜਾਂਦਾ। ਤੁਸੀਂ ਕੌਮ ਦੇ ਕੰਮ ਕਰ ਸਕਦੇ ਆ। ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਤੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਦੇ ਨਾਲ ਮੈਂ ਗੱਲ ਕੀਤੀ ਸੀ ਕਿਸਾਨਾਂ ਦੇ ਮੋਢੀ ਦੇ ਨਾਲ ਕਿ ਇਸ ਵਕਤ ਤੁਹਾਡਾ ਬਹੁਤ ਵੱਡਾ ਇੱਕ ਸਰਕਲ ਵੱਧ ਗਿਆ ਕਿ ਤੁਸੀਂ ਸਿਰਫ 100 ਰੁਪਈਆ ਇਕੱਠਾ ਕਰ ਲਓ। ਇੱਕ ਦੇ ਕੋਲੋਂ ਪੈਸੇ ਨਾ ਇਕੱਠੇ ਕਰੋ ਹੋਰ, ਤੇ ਤੁਹਾਡਾ 100 ਕਰੋੜ ਰੁਪਈਆ ਇਕੱਠਾ ਹੋ ਜਾਂਦਾ। 100 ਕਰੋੜ ਰੁਪਈਆ ਲੈ ਕੇ ਤੁਸੀਂ ਕਿਸਾਨ ਕ੍ਰੈਡਿਟ ਯੂਨੀਅਨ ਖੋਲੋ, ਬੈਂਕ ਆਪਣੀ, ਤੁਹਾਡੀ ਆਪਣੀ ਬੈਂਕ ਹੋਵੇ। ਛੋਟੇ ਛੋਟੇ ਜ਼ਿਮੀਂਦਾਰ ਜਿਹੜੇ ਮਰਦੇ ਨੇ, ਜਿਹਦੇ 5 ਲੱਖ ਦਾ ਕਰਜ਼ਾ, ਜਿਹਦੇ 2 ਲੱਖ ਦਾ ਕਰਜ਼ਾ, ਉਹ ਫਾਹਾ ਲੈ ਕੇ ਮਰ ਜਾਂਦਾ। ਨਹੀਂ, ਉਹ ਮਰੇ ਨਾ, ਉਹਨੂੰ ਉਹ ਫੀਡ ਕੀਤਾ ਜਾਵੇ। ਪਰ ਕਿਸੇ ਨੇ ਨਹੀਂ ਮੰਨਿਆ। ਪੈਸੇ ਆਏ ਬਾਹਰੋਂ, ਸਭ ਕੁਝ ਆਏ, ਸਭ ਕੁਝ ਸਾਂਭ ਕੇ ਬੈਠ ਗਏ। ਸਾਡੀ ਆਪਣੀ ਕ੍ਰੈਡਿਟ ਯੂਨੀਅਨ ਹੋਵੇ, ਬੈਂਕ ਸਾਡਾ ਹੋਵੇ। ਅਸੀਂ ਗਵਰਨਮੈਂਟ ਦੇ ਬੈਂਕਾਂ ਦੇ ਵਿੱਚ ਪੈਸਾ ਨਾ ਜਮ੍ਹਾਂ ਕਰਵਾਈਏ। ਸਾਡਾ ਸਭ ਕੁਝ ਆਪਣਾ ਹੋਵੇ ਖਾਲਸੇ ਦਾ।
ਖਾਲਸੇ ਦੇ ਰਾਜ ਨੂੰ ਲੈਣ ਵਾਸਤੇ ਤੁਹਾਨੂੰ ਪਲੈਨਿੰਗ ਬਣਾਉਣੀ ਪੈਣੀ ਆ ਸੱਜਣੋ। ਜਿੰਨੀਆਂ ਮਰਜ਼ੀ ਕਾਨਫਰੰਸਾਂ ਕਰ ਲਿਓ, ਤੁਹਾਡਾ ਕੁਝ ਨਹੀਂ ਬਣਨਾ। ਸੋ ਜਿੰਨੇ ਵੀ ਦੂਰੋਂ ਨੇੜਿਓਂ ਅਸੀਂ ਚੱਲ ਕੇ ਆਏ ਆ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਇਹ ਸਾਡੇ ਪ੍ਰੋਗਰਾਮ ਤੇ ਸਾਡੇ ਸੱਦੇ ਤੇ ਤੁਸੀਂ ਆਏ ਹੋ। ਪ੍ਰਬੰਧਕ ਕਮੇਟੀ ਸਰਦਾਰ ਬਹਾਦਰ ਸਿੰਘ ਜੀ ਪਾਲਟਾ, ਰਣਜੀਤ ਸਿੰਘ ਜੀ ਪਤਾਲਾ ਤੇ ਤੇਜਿੰਦਰ ਸਿੰਘ, ਦਰਸ਼ਨ ਸਿੰਘ ਹੋਣੀ, ਹੋਰ ਵੀ ਸਿੰਘ, ਬਹੁਤ ਸਾਰੇ ਇਕੱਠਿਆਂ ਨੇ ਮਿਲ ਕੇ ਕੰਮ ਕੀਤਾ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ।